ਪਹਿਲਿਆਂ ਸਮਿਆਂ ਵਿੱਚ ਭਾਸ਼ਾ ਵਿਭਾਗ ਵੱਲੋਂ ਇੱਕ ਸੀਰੀਜ਼ ਸ਼ੁਰੂ ਕੀਤਾ ਸੀ, ਸਾਹਸ ਤੇ ਵੀਰਤਾ ਸੀਰੀਜ਼। ਸ਼ਹੀਦ ਬਾਬਾ ਦੀਪ ਸਿੰਘ ਜੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਪੁਰਾਣੇ ਸਮੇਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਵਿੱਚ ਲਿਖਣ ਵਾਲੇ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਹੋਏ ਨੇ। ਬੜਾ ਸੁੰਦਰ ਜੋ ਬਾਬਾ ਜੀ ਦਾ ਜੀਵਨ ਉਹਨਾਂ ਨੇ ਲਿਖਿਆ, ਪੜ੍ਹ ਕੇ ਪਸੰਦ ਵੀ ਆਇਆ। ਸਾਰਾ ਕੁਝ ਬੜਾ ਸ਼ਰਧਾ ਪੂਰਵਕ ਹੈ। ਸੋ ਉਸ ਵਕਤ ਦੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਡਾਕਟਰ ਮਦਨ ਲਾਲ ਹਸੀਜਾ ਜੀ ਹੋਏ ਨੇ। ਉਹਨਾਂ ਨੇ ਵੀ ਬੜਾ ਸੁੰਦਰ ਲਿਖਿਆ ਇਸ ਪੁਸਤਕ ਦੇ ਸੰਬੰਧ ਵਿੱਚ 2 ਅੱਖਰ, ਔਰ ਉਹਨਾਂ ਦੀ ਸ਼ਰਧਾ ਵੀ ਦੇਖੋ ਲਿਖਣ ਦਾ ਕੀ ਕਾਰਨ ਹੈ, ਕਿਉਂ ਇਹ ਸੀਰੀਜ਼ ਸ਼ੁਰੂ ਕੀਤੇ ਗਏ ਨੇ, ਤਾਂ ਕਿ ਆਪਾਂ ਨੂੰ ਆਪਣੇ ਵੀਰ ਯੋਧੇ ਜਿੰਨੇ ਅਜੇ ਤੱਕ ਹੋਏ ਨੇ ਉਹਨਾਂ ਬਾਰੇ ਗਿਆਨ ਹੋ ਸਕੇ। ਪੰਜਾਬ ਦਾ ਇਤਿਹਾਸ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਹੀ ਇਤਿਹਾਸ ਹੈ। ਪੰਜਾਬੀਆਂ ਸੰਬੰਧੀ ਇੱਕ ਕਹਾਵਤ ਕਹਿੰਦੇ ਪ੍ਰਸਿੱਧ ਹੈ ਕਿ ਪੰਜਾਬ ਦੇ ਜੰਮੇ ਨੂੰ ਨਿਤ ਮੁਹਿੰਮਾਂ, ਕਿਉਂਕਿ ਮੁੱਢ ਕਦੀਮ ਤੋਂ ਪੰਜਾਬ ਭਾਰਤ ਦਾ ਦਰਵਾਜ਼ਾ ਰਿਹਾ ਹੈ। ਇਸ ਲਈ ਭਾਰਤ ਉੱਤੇ ਹਮਲਾ ਕਰਨ ਵਾਲਿਆਂ ਦੇ ਜ਼ੁਲਮ ਤੇ ਤਸ਼ੱਦਦ ਪੰਜਾਬੀਆਂ ਨੂੰ ਹਮੇਸ਼ਾ ਹੀ ਸਹਿਣੇ ਪੈਂਦੇ ਰਹੇ ਨੇ। ਨਤੀਜੇ ਵਜੋਂ ਮੱਧਕਾਲੀ ਪੰਜਾਬ ਦਾ ਸਮਾਜਿਕ ਸੰਗਠਨ ਨਿਰਬਲ ਅਤੇ ਬਹੁਤ ਅਤਿ ਕਮਜ਼ੋਰ ਹੋ ਗਿਆ। ਇਹੋ ਜਿਹੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਜਾਬ ਦੇ ਵਾਸੀਆਂ ਨੂੰ ਚੜ੍ਹਦੀ ਕਲਾ ਵਾਲਾ ਅਹਿਸਾਸ ਬਖਸ਼ਿਆ। ਨਵੇਂ ਸਿਰਿਓਂ ਸੁਰਜੀਤ ਕੀਤੇ ਪੰਜਾਬੀਆਂ ਨੂੰ ਨਵੇਂ ਸਿਰਿਓਂ ਸਾਜ ਕਰਕੇ ਖਾਲਸਾ ਪੰਥ ਨੂੰ ਮਾਨੋ, ਜਿਵੇਂ ਪੰਜਾਂ ਦੇ ਸੀਸ ਲੈ ਕੇ ਫਿਰ ਸੁਰਜੀਤ ਕਰਨਾ ਅੰਮ੍ਰਿਤ ਦੇ ਨਾਲ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਦਰਜਾ ਬਖਸ਼ਿਆ, ਸਿੰਘਾਂ ਦਾ ਰੁਤਬਾ ਪ੍ਰਦਾਨ ਕੀਤਾ। ਸੋ ਇਹਨਾਂ ਸੂਰਬੀਰ ਸ਼ੇਰਾਂ ਨੇ ਸਮਾਜ ਵਿਰੋਧੀਆਂ, ਹਮਲਾਵਰਾਂ, ਜ਼ਾਲਮ ਤੇ ਜਨਤਕ ਦੋਖੀਆਂ ਦਾ ਬਹੁਤ ਡਟ ਕੇ ਮੁਕਾਬਲਾ ਕੀਤਾ, ਪ੍ਰੀਤੀਆਂ ਕੱਢੀਆਂ, ਭਰਮ ਦੂਰ ਕੀਤੇ। ਪੰਜਾਬ ਦੇ ਲੋਕ ਜੋ ਥੱਲੇ ਨੂੰ ਬਿਲਕੁਲ ਹੀ ਬੈਠ ਗਏ ਸਨ, ਉਸ ਵਕਤ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ, ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ਾਂ ਕੀਤੀਆਂ। ਸੋ ਇਹ ਜੇ ਬਹਾਦਰ ਸਿੰਘਾਂ ਵਿੱਚੋਂ ਸਿਰਮੌਰ ਸ਼੍ਰੋਮਣੀ ਨਿਧੜਕ ਸਿੰਘ ਬਾਬਾ ਦੀਪ ਸਿੰਘ ਜੀ ਹੋਏ ਨੇ, ਜਿਨਨੇ ਵੀ ਬੇਨਤੀ ਕੀਤੀ ਹੈ ਕਿ ਗੁਣ ਲਾ ਲਈਏ। ਪੂਰਨ ਬ੍ਰਹਮ ਗਿਆਨੀ, ਸੰਤ ਮਹਾਤਮਾ, ਪੂਰਨ ਪੁਰਖ, ਚੜ੍ਹਦੀ ਕਲਾ ਵਾਲੇ ਸਿੰਘ, ਨਿਧੜਕ ਜਰਨੈਲ, ਮਹਾਬਲੀ ਯੋਧੇ, ਸਾਰੇ ਗੁਣ। ਜਨਨੀ ਜਨੈ ਤਾਂ ਭਗਤ ਜਨ, ਇਹ ਵੀ ਹੈ। ਕੈ ਦਾਤਾ ਕੈ ਸੂਰ, ਇਹ ਵੀ ਦੋਨੋਂ ਤਿੰਨੇ ਗੁਣ ਸਾਰੇ। ਨਾਹੇ ਤਾਂ ਜਨਨੀ ਬਾਝ ਰਹਿ, ਕਾਹੇ ਗਵਾਵੈ ਦੂਰ। ਸੋ ਇਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇੱਕ ਸੂਝਵਾਨ, ਦਲੇਰ ਤੇ ਸੁਲਝੇ ਹੋਏ ਆਗੂ ਅਤੇ ਬਹੁਤ ਜ਼ਿਆਦਾ ਅਥਾਹ ਬਾਹੂ ਬਲ ਵਾਲੇ ਯੋਧੇ ਹੋਏ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ੍ਰੇਸ਼ਟ ਵਿਦਵਤਾ, ਡੂੰਘੀ ਸਿੱਖੀ, ਜਜ਼ਬਾ ਬਹੁਤ ਜ਼ਿਆਦਾ, ਜਿਨ੍ਹਾਂ ਵਿੱਚ ਸਿੱਖੀ ਭਰੀ ਹੋਈ ਸੀ ਕੁੱਟ ਕੇ। ਅਕਾਲ ਪੁਰਖ ਦੀ ਬੜੀ ਬਖਸ਼ਿਸ਼, ਕਲਗੀਧਰ ਦੀ ਬਖਸ਼ਿਸ਼ ਅਤੇ ਨਾਮ ਬਾਣੀ ਦਾ ਅਭਿਆਸ, ਸੇਵਾ ਦਾ ਬਹੁਤ ਜ਼ਿਆਦਾ ਚਾਉ, ਉਮਾ। ਰਾਤ ਦਿਨ ਵਿੱਚ ਘੰਟਾ 2 ਘੰਟੇ ਹੀ ਵਿਸ਼ਰਾਮ ਕਰਦੇ ਸੀ ਬਸ। ਇੱਕ ਜਿੱਦਾਂ ਚਾਉ ਹੀ ਚੜਿਆ ਰਹਿੰਦਾ ਸੇਵਾ ਦਾ, ਬੰਦਗੀ ਦਾ, ਬਾਣੀ ਪੜ੍ਹਨ ਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਵਿੱਚ ਇਹ ਸੋਹਣੇ ਗੁਣ ਦੇ ਨਾਲ ਵਿਦਵਤਾ ਬੜੀ ਸੀ, ਡੂੰਘਾ ਸਿੱਖੀ ਜਜ਼ਬਾ, ਨਾਮ ਬਾਣੀ ਦਾ ਅਭਿਆਸ। ਇਹ ਗੁਣਾਂ ਦਾ ਸਦਕਾ ਹੀ ਇਹਨਾਂ ਨੂੰ ਬਾਬਾ ਦੀ ਉਪਾਧੀ ਸਾਰਿਆਂ ਨੇ ਦਿੱਤੀ। ਬਾਬਾ ਜੀ ਨਾਲ ਸਮਾਨੇ ਗਏ। ਇੱਕ ਤਾਂ ਉਮਰ ਵੀ, ਦੂਸਰਾ ਕੋਈ ਇਹ ਵੀ ਹੁੰਦਾ ਜਿਵੇਂ ਧੰਨ ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇਹ ਜੇ ਕਹੀਏ ਕਿ ਲਾਲਨਾਮੇ ਪੰਡਤ ਨੇ ਕਿਹਾ ਛੋਟੀ ਜੀ ਉਮਰ ਹੈ, ਇਹਨਾਂ ਨੂੰ ਗੁਰੂ ਸਾਹਿਬ ਕਹੀ ਜਾਂਦੇ, ਫਿਰ ਉਹਨਾਂ ਨੇ ਦਰਸਾ ਵੀ ਦਿੱਤਾ। ਪਦਵੀ ਦੀ ਗੱਲ ਹੈ ਜਿੱਥੇ ਮਹਾਨ ਕਾਰਜ ਕੀਤੇ ਜਾਂਦੇ ਨੇ। ਧੰਨ ਧੰਨ ਬਾਬਾ ਛੋਟੀ ਜੀ ਉਮਰ, ਧੰਨ ਧੰਨ ਬਾਬਾ ਜੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ,
ਬਾਬਾ ਇੱਕ ਵੱਡੀ ਪਦਵੀ ਹੈ ਗੁਰੂ ਘਰ ਦੀ, ਬਾਬਾ ਬੁੱਢਾ ਜੀ ਸਾਹਿਬ। ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਛਕਣ ਅਤੇ ਸ਼ਸਤਰ ਵਿੱਦਿਆ ਪ੍ਰਾਪਤ ਕਰਨ ਦਾ ਮਾਣ ਵੀ ਬਾਬਾ ਦੀਪ ਸਿੰਘ ਨੂੰ ਪ੍ਰਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖੁਦ ਬਾਬਾ ਦੀਪ ਸਿੰਘ ਜੀ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਸੇਵਾ ਸੰਭਾਲ ਅਤੇ ਸਿੱਖੀ ਦਾ ਪ੍ਰਚਾਰ ਸੌਂਪਿਆ ਆਪ। ਬਾਬਾ ਜੀ ਜਦੋਂ ਵੀ ਦੇਸ਼ ਕੌਮ ਦੀ ਸੇਵਾ ਲਈ ਸਿੰਘਾਂ ਨੂੰ ਪ੍ਰੇਰਦੇ ਤਾਂ ਸਿੰਘ ਵਹੀਰਾਂ ਪਾ ਕੇ ਆ ਹਾਜ਼ਰ ਹੁੰਦੇ ਸੀ। ਪ੍ਰਤਾਪ ਬੜਾ ਸੀ, ਇੱਕੋ ਹੀ ਆਵਾਜ਼ ਮਾਰਦੇ ਸੀ। ਬਾਬਾ ਜੀ ਦੀ ਵੱਡੀ ਜਿਹੜੀ ਖੂਬੀ ਇਹ ਸੀ ਕਿ ਜੰਗ ਦੇ ਮੈਦਾਨ ਵਿੱਚ ਉਹ ਆਪ ਸਭ ਤੋਂ ਅੱਗੇ ਹੁੰਦੇ ਸੀ। ਇਹ ਨਹੀਂ ਕਿ ਪੁਰਾਣੀ ਇੱਕ ਕਹਾਵਤ ਹੈ, ਕਹਿੰਦੇ ਪਿੰਡਾ ਅੱਗੇ ਕੁੱਤਾ ਪਿੱਛੇ। ਮੈਂ ਪੁੱਛਿਆ ਸਿਆਣ ਨੂੰ ਇਹ ਕਹਾਵਤ ਦਾ ਮਤਲਬ ਕੀ ਹੈ? ਕਹਿੰਦੇ ਲੜਾਈ ਹੋ ਗਈ ਦੋ ਪਿੰਡਾਂ ਦੀ, ਇੱਕ ਕਹਿੰਦੇ ਮਾਤਾ ਆਪਦੇ ਨਿਆਣੇ ਨੂੰ ਤਾਂ ਕਹੇ ਪੁੱਤਾ ਪਿੱਛੇ ਰਹਿ, ਤੂੰ ਪਿੰਡ ਨੂੰ ਸ਼ਾਬਾਸ਼ ਪਿੰਡ ਵਾਲਿਓ ਅੱਗੇ ਹੋ ਕੇ ਲੜੋ ਭਾਈ, ਉਹ ਆਪਦੇ ਮੁੰਡੇ ਨੂੰ ਪਿੱਛੇ ਪਿੱਛੇ ਕਰੀ ਜਾਵੇ। ਇੱਥੇ ਬਾਬਾ ਦੀਪ ਸਿੰਘ ਜੀ ਆਪ ਅੱਗੇ ਹੋ ਕੇ, ਜਰਨੈਲ ਉਸੇ ਦਾ ਨਾਂ ਜਿਹੜਾ ਅੱਗੇ ਹੋ ਕੇ ਲੜੇ, ਬਾਬਾ ਜੀ ਅੱਗੇ ਹੋ ਕੇ ਲੜਦੇ ਰਹੇ। ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੈ ਪਗ ਨਾ ਧਰੇ। ਉਗਰਦੰਤੀ ਬਾਣੀ ਚ ਮਹਾਰਾਜ ਨੇ ਬਚਨ 10ਵੇਂ ਪਾਤਸ਼ਾਹ ਨੇ ਲਿਖਿਆ। ਸੋ ਬਾਬਾ ਜੀ ਦਾ ਬਾਹੂਬਲ ਅਤੇ ਜੋਰੋ ਜਲਾਲ ਵੇਖ ਕੇ ਜ਼ਾਲਮਾਂ ਦੇ ਵੱਡੇ ਵੱਡੇ ਜਰਨੈਲ ਇਹਨਾਂ ਦੀ ਤਾਬ ਨਹੀਂ ਸੀ ਚੱਲ ਸਕਦੇ ਹੁੰਦੇ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸ੍ਰੀ ਤਰਨਤਾਰਨ ਸਾਹਿਬ ਤੋਂ ਚੱਲਣ ਸਮੇਂ ਬਾਬਾ ਜੀ ਨੇ ਇਹ ਅਰਦਾਸਾ ਸੋਧਿਆ ਕਿ ਅਕਾਲ ਪੁਰਖ ਫਤਿਹ ਬਖਸ਼ਣ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਸ਼ਹੀਦੀ ਦੀ ਦਾਤ ਨਾ ਬਖਸ਼ਣ। ਦੇਖੋ ਇਹ ਵੀ ਸਿੱਖ ਦਾ ਦਾਈਆ। ਉਹਨਾਂ ਦੀ ਇਹ ਅਰਦਾਸ ਪ੍ਰਵਾਨ ਹੋਈ। ਲੜਦਿਆਂ ਲੜਦਿਆਂ ਰਸਤੇ ਵਿੱਚ ਇੱਕ ਅਕਹਿ ਵਾਰ ਨਾਲ ਸਾਂਝਾ ਵਾਰ ਚੱਲ ਗਿਆ, ਜਦੋਂ ਬਾਬਾ ਜੀ ਦਾ ਸੀਸ ਲੱਥ ਗਿਆ। ਉਹ ਆਪਣਾ ਸੀਸ ਤਲੀ ਤੇ ਰੱਖ ਕੇ ਲੜਦੇ ਰਹੇ ਤੇ ਅੰਤ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਵਿੱਚ ਆਪਣਾ ਸੀਸ ਜਾ ਕੇ ਭੇਟਾ ਕੀਤਾ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਸ ਮਾਰਗ ਪੈਰ ਤੀਜੈ, ਸਿਰ ਦੀਜੈ ਕਾਣ ਨਾ ਕੀਚੈ। ਪੰਜਾਬੀ ਪਾਠਕਾਂ ਨੂੰ ਕਹਿੰਦੇ ਆਪਣੇ ਸੂਰਬੀਰਾਂ ਦੇ ਜੀਵਨ ਤੋਂ ਜਾਣੂ ਕਰਾਉਣ ਲਈ ਭਾਸ਼ਾ ਵਿਭਾਗ ਪੰਜਾਬ ਨੇ ਸਾਹਸ ਅਤੇ ਵੀਰਤਾ ਸਿਰਜ ਅਧੀਨ ਪੁਸਤਕਾਂ ਤਿਆਰ ਕਰਨ ਦਾ ਉਪਰਾਲਾ ਕੀਤਾ ਸੀ। ਇਹ ਹੱਥਲੀ ਪੁਸਤਕ ਜਿਹੜੀ ਹੈ, ਕਹਿੰਦੇ ਨੇ ਕਿ ਸ਼ਹੀਦ ਬਾਬਾ ਦੀਪ ਸਿੰਘ ਇਸ ਸੀਰੀਜ਼ ਦੀ ਇੱਕ ਕੜੀ। ਇਸ ਪੁਸਤਕ ਦਾ ਪਹਿਲਾ ਐਡੀਸ਼ਨ 1980 ਵਿੱਚ ਛਪਿਆ। ਫਿਰ ਇਹਦੀ ਬਹੁਤ ਮੰਗ ਵਧੀ ਜਦੋਂ ਫੇਰ ਦੁਬਾਰਾ ਛਾਪਿਆ ਗਿਆ। ਇਹ ਜਿਹੜੀ ਪੁਸਤਕ ਛਾਪੀ ਗਈ ਆ, ਆਸ ਹੈ ਵੀ ਇਹ ਪੁਸਤਕ ਕਹਿੰਦੇ ਨੇ ਬੱਚਿਆਂ ਦੇ ਮਨਾਂ ਵਿੱਚ ਸੱਚਾਈ, ਅਣਖ, ਸਵੈ ਭਰੋਸਾ ਅਤੇ ਸਵੈ ਰੱਖਿਆ ਦਾ ਜਜ਼ਬਾ ਉਭਾਰਨ ਵਿੱਚ ਸਹਾਈ ਹੋਵੇਗੀ। ਇਹ ਡਾਕਟਰ ਮਦਨ ਲਾਲ ਹਸੀਜਾ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕੁਝ ਅੱਖਰ ਲਿਖੇ। ਮੈਂ ਤਾਂ ਇਹ ਚੀਜ਼ਾਂ ਸੁਣਾਈਆਂ ਵੀ ਇੱਕ ਹਿੰਦੂ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਹੋਏ ਡਾਇਰੈਕਟਰ ਸਨ, ਉਹਨਾਂ ਨੇ ਬਾਬਾ ਜੀ ਦੀ ਕਿੰਨੀ ਤਾਰੀਫ ਕੀਤੀ ਤੇ ਲਿਖਿਆ ਵੀ ਸੀਸ ਉਹਨਾਂ ਦਾ ਲੱਥ ਗਿਆ ਤੇ ਤਲੀ ਤੇ ਰੱਖਿਆ, ਜੰਗ ਕੀਤਾ, ਹਰਿਮੰਦਰ ਸਾਹਿਬ ਤੱਕ ਪਹੁੰਚੇ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ ਬਚਨ ਕਮਾਇਆ। ਤੇ ਇਸੇ ਪ੍ਰਕਾਰ ਜੋ ਲਿਖਣ ਵਾਲੇ ਹਨ ਉਹਨਾਂ ਨੇ ਵੀ ਆਪਣਾ ਨਿਸ਼ਚਾ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਨੇ ਦ੍ਰਿੜ ਕਰਵਾਇਆ ਹੈ ਤੇ ਤਾਂ ਸੁਣਾਇਆ ਵੀ ਅੱਜ ਕੱਲ ਦੇ ਲੋਕ ਬਹੁਤ ਸਾਰੀਆਂ ਗੱਲਾਂ ਬੋਲਦੇ ਨੇ, ਇਸ ਕਰਕੇ ਆਪਾਂ ਕੱਲੇ ਜੇ ਹੁਣ 2 ਬੰਦੇ 4 ਬੰਦੇ ਖੜੇ ਹੋ ਜਾਣ, ਸੋ ਕਹਿੰਦੇ ਨੇ ਕਾਵਾਂ ਦੇ ਕਹੇ ਕਦੇ ਢੱਗੇ ਨਹੀਂ ਮਰਦੇ, ਪੁਰਾਣੀ ਕਹਾਵਤ ਆ। ਇਹ ਰੌਲਾ ਜੇ ਪਾਉਣ ਵਾਲੇ ਨੇ 5 10 20 ਬੰਦੇ, ਇਹ ਵੀ ਚੰਗੇ ਹੁੰਦੇ, ਨਜ਼ਰ ਬੱਟੂ ਲੱਗੇ ਹੋਏ ਨੇ, ਆਪਾਂ ਨੂੰ ਇਹ ਨਜ਼ਰ ਨਹੀਂ ਲੱਗਦੀ ਇਹ ਨਾਲ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਬਣਾ ਕੇ ਬੜੀਆਂ ਸਾਰੀਆਂ ਗੱਲਾਂ। ਕਦੇ ਉਹ ਇੱਕ ਦਿਨ ਇੱਕ ਕਥਾ ਕਰਦਾ, ਕਹਿੰਦਾ ਮਾਤਾ ਸਾਹਿਬ ਕੌਰ ਤਾਂ ਫਿਰ ਪੰਥ ਦੀ ਮਾਤਾ, ਕਹਿੰਦੇ ਕਿ ਇਹ ਮਾਤਾ ਆ ਕੌਲਾਂ ਹੀ ਪਤਾ ਨਹੀਂ ਕਿੱਥੋਂ ਹੁਣ ਨਵੀਂ ਗੜ ਲਈ ਇਹਨਾਂ ਨੇ। ਇਹ ਤਾਂ ਪੁੱਤ ਜਦ ਦਰਗਾਹ 'ਚ ਲੇਖਾ ਦੇਣਾ ਪੈਣਾ ਨਾ, ਉਦੋਂ ਪਤਾ ਲੱਗਣਾ। 6ਵੇਂ ਪਾਤਸ਼ਾਹ ਦੇ ਮੂਹਰੇ ਖੜ ਨਹੀਂ ਹੋਣਾ ਫਿਰ। ਇਸ ਕਰਕੇ ਇਹੀਆਂ ਗੱਲਾਂ ਨਾ ਸੰਗਤ ਸੁਣੇ ਤੇ ਨਾ ਹੀ ਆਪਾਂ ਨੂੰ ਸੁਣਨ ਦੀ ਲੋੜ ਹੈ। ਅੱਜ ਵੀ ਇੱਕ ਸਵੇਰੇ ਲੱਗਿਆ ਹੋਇਆ ਸੀ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਨ। ਫਿਰ ਸਿੰਘਾਂ ਨੇ ਫੋਨ ਕਰਕੇ ਸਿੱਖ ਚੈਨਲਾਂ ਨੂੰ ਕਿਹਾ ਵੀ ਇਹਨੂੰ ਬੰਦ ਕਰੋ ਪਰੇ, ਤੇ ਹੋਰ ਹੀ ਗੱਲਾਂ ਕਰੀ ਜਾਂਦਾ।
ਵਿਚਾਰੇ ਕਿਤਾਬਾਂ ਕਤੂਬਾਂ ਪੜ੍ਹ ਕੇ ਇਧਰੋਂ ਉਧਰੋਂ ਸਿੱਖ ਸਿਖਾ ਕੇ ਜੇ ਸਟੇਜਾਂ ਤੇ ਬਹਿ ਜਾਂਦੇ ਨੇ, ਅਸਲੀਅਤ ਦਾ ਗਿਆਨ ਹੀ ਨਹੀਂ ਕਿਸੇ ਨੂੰ। ਇਸ ਕਰਕੇ ਇਹ ਚੀਜ਼ਾਂ ਸੁਣਾਉਣ ਦੇ ਨਾਲ ਪਿੱਛੇ ਮਾਤਾ ਸਾਹਿਬ ਕੌਰ ਜੀ ਦਾ ਜਦੋਂ ਜੀਵਨ ਸੁਣਾਇਆ, ਬਹੁਤ ਸੰਗਤਾਂ ਪ੍ਰਸੰਨ ਹੋਈਆਂ ਵੀ ਸਾਨੂੰ ਤਾਂ ਮਾਤਾ ਜੀ ਬਾਰੇ ਪਤਾ ਹੀ ਨਹੀਂ ਸੀ ਵੀ ਇੰਨੇ ਸਾਲ ਰਹੇ, ਇੰਨੀ ਸੇਵਾ ਕੀਤੀ। ਹੁਣ ਸੰਗਤਾਂ ਦੇ ਮਨ ਵਿੱਚ ਮਾਤਾਵਾਂ ਪ੍ਰਤੀ ਬਹੁਤ ਸਤਿਕਾਰ ਬਣਿਆ। ਨਾਸਤਿਕਾਂ ਨੇ ਤਾਂ ਫੈਲਾ ਹੀ ਦਿੱਤੀਆਂ ਸੀ ਬਹੁਤ ਸਾਰੀਆਂ ਗੱਲਾਂ। ਸੰਗਤ ਇਹਨਾਂ ਬਚਨਾਂ ਤੋਂ ਜਿਹੜੇ ਗਲਤ ਕੋਈ ਕਰਦੇ ਉਹਨਾਂ ਤੋਂ ਸੁਚੇਤ ਰਹੋ। ਸੁਣਨ ਦੀ ਲੋੜ ਨਹੀਂ। ਜੇ ਕੋਈ ਕਹਿੰਦਾ ਵੀ ਇਹ ਤਾਂ ਕਾਂ ਚਿੜੀਆਂ ਜਾਨਵਰ ਬਥੇਰੇ ਬੋਲੇ ਜਾਂਦੇ ਆ, ਮਹਾਰਾਜ ਨੇ ਬਾਣੀ ਚ ਕਿਹਾ ਸਾਕਤ ਕਾ ਬਕਨਾ ਇਉਂ ਜਾਣੋ ਜੈਸੇ ਪਵਨ ਝੁਲਾਈ। ਮਹਾਰਾਜ ਕਹਿੰਦੇ ਹਵਾ ਨਹੀਂ ਚੱਲਦੀ, ਹਵਾ ਨਾਲ ਪਿੱਪਲ ਦੇ ਪੱਤੇ ਖੜਖੜ ਕਰਦੇ ਦਰਖਤਾਂ ਦੇ, ਉਹ ਕਰੀ ਜਾਂਦੇ ਆ, ਕੂਕਰ ਭੌਂਕਦੇ ਹੀ ਰਹਿੰਦੇ ਨੇ। ਕਹਿੰਦੇ ਉਹ ਜ਼ਰੂਰੀ ਤਾਂ ਨਹੀਂ ਵੀ ਉਹਨਾਂ ਦਾ ਅਸਰ ਕਬੂਲੀਏ ਆਪਾਂ, ਆਪਣੇ ਅੰਦਰ ਵੀ ਤਾਂ ਆਤਮਾ ਹੈ, ਆਪਾਂ ਵੀ ਤਾਂ ਸਿੱਖ ਹਾਂ, ਆਪਾਂ ਨੂੰ ਪਤਾ ਸਾਰਾ ਕੁਝ। ਇਸ ਕਰਕੇ ਕਿਸੇ ਦੇ ਕਹੇ ਕਹਾਏ ਕੋਈ ਗੱਲ ਨਹੀਂ ਮੰਨਣੀ। ਆਪਣੀਆਂ ਅੱਖਾਂ ਨਾਲ ਦੇਖੋ, ਇਤਿਹਾਸ ਸਾਰੇ ਇਤਿਹਾਸ ਲਿਖੇ ਪਏ ਮਿਲ ਜਾਂਦੇ ਨੇ। ਉਹਨਾਂ ਇਤਿਹਾਸ ਜਿਹੜੇ ਅਸੀਂ ਵੀ ਤਾਂ ਹੁਣ ਚੰਗੇ ਚੰਗੇ ਬੰਦਿਆਂ ਦੇ ਪੜ੍ਹਦੇ ਹੀ ਆ। ਇਤਿਹਾਸ ਜਦੋਂ ਪਹਿਲਾਂ ਆਪ ਪੜ੍ਹੀਦਾ ਫਿਰ ਦੇਖੀਦਾ ਹਾਂ ਕਸਵੱਟੀ ਤੇ ਪੂਰਾ ਉਤਰਦਾ। ਸੋ ਇਸ ਕਰਕੇ ਆਓ ਬਾਬਾ ਜੀ ਵੱਲ। ਸੋ ਦੇਖੀਏ ਬਾਬਾ ਜੀ ਨੇ ਕਿਸ ਪ੍ਰਕਾਰ ਸਾਰੇ ਕਾਰਜ ਕੀਤੇ ਨੇ। ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਸਭ ਤੋਂ ਵੱਡਾ ਤੇ ਪ੍ਰਸਿੱਧ ਸ਼ਹਿਰ ਹੈ। ਇੱਥੇ ਸਿੱਖਾਂ ਦਾ ਧਰਮ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਥਾਨ, ਇਸੇ ਲਈ ਅੰਮ੍ਰਿਤਸਰ ਸੰਸਾਰ ਭਰ ਵਿੱਚ ਮਸ਼ਹੂਰ ਹੈ। ਇਸ ਧਰਮ ਮੰਦਿਰ ਦੇ ਦਰਸ਼ਨਾਂ ਲਈ ਸ਼ਰਧਾਲੂ ਸਿੱਖ ਦੇਸ਼ਾਂ ਵਿਦੇਸ਼ਾਂ ਤੋਂ ਨਿਤ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੋਂ ਦੀ ਯਾਤਰਾ ਲਈ ਆਉਂਦੇ ਨੇ। ਸਿੱਖਾਂ ਤੋਂ ਇਲਾਵਾ ਇੱਥੇ ਸੈਂਕੜੇ ਵਿਦੇਸ਼ੀ ਯਾਤਰੂ ਹਰ ਰੋਜ਼ ਇਸ ਸੁੰਦਰ ਧਰਮ ਸਥਾਨ ਨੂੰ ਦਰਸ਼ਨ ਕਰਨ ਆਉਂਦੇ ਨੇ। ਇੱਥੇ ਕੋਈ ਵੀ ਆ ਸਕਦਾ, ਚਾਰ ਦਰਵਾਜ਼ੇ ਚਾਰੋਂ ਪਾਸਿਓਂ ਖੁੱਲੇ। ਕਿਸੇ ਧਰਮ ਦਾ, ਕਿਸੇ ਦੇਸ਼ ਦਾ, ਕਿਸੇ ਕੌਮ ਦਾ, ਛੋਟਾ ਵੱਡਾ, ਅਮੀਰ ਗਰੀਬ, ਸਾਰਿਆਂ ਨੂੰ ਅਧਿਕਾਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦੱਖਣੀ ਬਾਹੀ ਵਾਲੇ ਪਾਸੇ ਇੱਕ ਗੁਰਦੁਆਰਾ ਤੇ ਇੱਕ ਨਿਸ਼ਾਨ ਸਾਹਿਬ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਇਸ ਥਾਂ ਤੇ ਅੰਤਮ ਸਮੇਂ ਵਿੱਚ ਆ ਕੇ ਅੰਤਮ ਸਵਾਸ ਇੱਥੇ ਛੱਡੇ ਸੀ, ਸੀਸ ਰੱਖ ਕੇ ਉਪਰੰਤ। ਇਹ ਹੁਣ ਬਹੁਤਿਆਂ ਲੋਕਾਂ ਨੇ ਇਹ ਅਸਲ ਵਿੱਚ ਕਮੀ ਤਾਂ ਪੈਗੀ ਜਿਹੜੇ ਅੱਜ ਕੱਲ ਦੇ ਪ੍ਰਚਾਰਕ ਨੇ। ਇਹ ਤਾਂ ਵਿਚਾਰੇ ਮੇਰਾ ਖਿਆਲ 3 ਬਾਣੀਆਂ ਤੋਂ ਹੁਣ ਹੌਲੀ ਹੌਲੀ 2 ਤੇ 1 ਤੇ ਆਉਂਦੇ ਆਉਂਦੇ, ਮੈਂ ਤਾਂ ਅੱਜ ਇਹ ਵੀ ਸੋਚਿਆ ਸੀ ਆ ਕਈਆਂ ਦੀਆਂ ਗੱਲਾਂ ਸੁਣ ਕੇ ਆ ਜਿਹੜੇ ਰੌਲਾ ਪਾਉਂਦੇ ਨੇ 10ਵੇਂ ਪਾਤਸ਼ਾਹ ਬਾਰੇ ਜਾਂ ਉਹਨਾਂ ਦੀ ਬਾਣੀ ਬਾਰੇ, ਮੈਂ ਸੋਚਦਾ ਵੀ ਤੁਸੀਂ ਅੰਦਾਜ਼ਾ ਜਿਹਾ ਲਾਇਓ 3 ਤੋਂ 4 ਸਾਲ ਦੇ ਵਿੱਚ ਇਹ ਲੋਕ ਕਹਿਣ ਲੱਗ ਜਾਣਗੇ ਵੀ 10ਵੇਂ ਪਾਤਸ਼ਾਹ ਤਾਂ ਹੋਏ ਹੀ ਨਹੀਂ। ਇਹਨਾਂ ਨੇ ਹੌਲੀ ਹੌਲੀ ਇਹ ਕੰਮ ਹੀ ਮੁਕਾ ਦੇਣਾ। ਤੁਸੀਂ ਦੇਖ ਲਿਓ ਕਈ ਚੀਜ਼ਾਂ ਅੱਜ ਤੋਂ 5 ਸਾਲ 7 ਸਾਲ ਪਹਿਲਾਂ ਜਿਹੜੀ ਅੰਮ੍ਰਿਤ ਬਾਣੀ ਸੀਰੀਜ਼ ਭਰੀਆਂ ਸੀ ਪਟਿਆਲੇ ਦੁੱਖ ਨਿਵਾਰਨ ਸਾਹਿਬ, ਉਦੋਂ ਕਈ ਗੱਲਾਂ ਕਹੀਆਂ ਸੀ। ਮੇਰਾ ਅੰਦਾਜ਼ਾ ਸੀ ਵੀ ਹੌਲੀ ਹੌਲੀ ਐਂ ਕਹਿਣ ਲੱਗ ਜਾਣਗੇ। ਕਿਉਂ? ਇਹ ਅੱਗੇ ਅੱਗੇ ਵਧੀ ਜਾਂਦੇ ਆ, ਵਧੀ ਜਾਂਦੇ ਆ, ਵਧੀ ਜਾਂਦੇ ਆ। ਫਿਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੀ ਕਰੀਏ, ਮਹਾਰਾਜ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ। ਸੋ ਬਾਬਾ ਜੀ ਨੇ ਉਸ ਥਾਂ ਦੇ ਉੱਤੇ ਜੋ ਸਵਾਸ ਅੰਤਮ ਸਵਾਸ ਲਏ ਤੇ ਵਾਹਿਗੁਰੂ ਕਹਿ ਕੇ ਉਸ ਵਕਤ ਆਪਣਾ ਜੋ ਸਰੀਰ ਸੀ 5 ਭੂਤ ਚੋਲਾ ਸੀ ਉੱਤੇ ਆ ਗਿਆ। ਸ੍ਰੀ ਪਾਵਨ ਧਰਤੀ ਅੰਮ੍ਰਿਤਸਰ ਸਾਹਿਬ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦਾ ਜਿੱਥੇ ਅੰਤਮ ਸੰਸਕਾਰ ਕੀਤਾ ਗਿਆ, ਉੱਥੇ ਹੁਣ ਇਹ ਬਹੁਤ ਹੀ ਸੁੰਦਰ ਸਥਾਨ ਗੁਰਦੁਆਰਾ ਬਾਬਾ ਸ਼ਹੀਦਾਂ ਬਾਬਾ ਦੀਪ ਸਿੰਘ ਦੇ ਨਾਮ ਤੇ ਹੈ। ਉੱਥੇ ਵੀ ਇੱਕ ਵਾਰ ਕਾਫੀ ਵੱਡਾ ਸਮਾਗਮ ਹੋਇਆ ਸੀ ਟਕਸਾਲ ਵੱਲੋਂ, ਬੜੀ ਪੁਰਾਣੀ ਗੱਲ ਹੈ। ਤੇ ਇੱਕ ਰਾਗੀ ਸਿੰਘ ਚੰਗਾ ਤਕੜਾ, ਚਲੋ ਠੀਕ ਆ, ਉਹਨੂੰ ਨਹੀਂ ਸੀ ਪਤਾ, ਉਹ ਕਹਿੰਦਾ ਜੀ ਇੱਥੋਂ ਸਾਧ ਸੰਗਤ ਜੀ ਖੜ ਕੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਵਗਾ ਕੇ ਮਾਰਿਆ, ਉੱਪਰ ਕਰਮਾਂ ਡਿੱਗਿਆ। ਉਦੋਂ ਟਕਸਾਲ ਦੇ ਸਿੰਘਾਂ ਨੇ ਫਿਰ ਉਸ ਵਕਤ ਉਹ ਰਾਗੀ ਸਿੰਘ ਨੂੰ ਕਿਹਾ, ਭਾਈ ਇਹ ਪੁੱਠੀਆਂ ਗੱਲਾਂ ਨਾ ਬੋਲ, ਇਹ ਏਦਾਂ ਕਿੱਦਾਂ ਹੁਣ ਤੂੰ ਸ਼ਹੀਦਾਂ ਦੀ ਇਹ ਬੇਅਦਬੀ ਕਰ ਰਿਹਾ। ਇਸ ਕਰਕੇ ਬੜੇ ਲੋਕਾਂ ਨੂੰ ਐਵੇਂ ਕਈ ਇੱਥੋਂ ਸੀਸ ਸਿੱਟਿਆ, ਕੋਈ ਕਹਿੰਦਾ ਟੱਕ ਵੱਜਿਆ। ਇਹ ਪਾਵਨ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਹੈ। ਇਸ ਦਾ ਨਾਂ ਗੁਰਦੁਆਰਾ ਸ਼ਹੀਦਾਂ ਹੈ। ਹਰ ਰੋਜ਼ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਨੇ।
ਹਰ ਐਤਵਾਰ ਨੂੰ ਇੱਥੇ ਭਾਰੀ ਇਕੱਠ ਹੁੰਦਾ। ਹਰ ਸਾਲ ਭਾਰੀ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਦੇ ਮੁਖੀ ਹੋਏ ਨੇ। ਸ਼ਹੀਦਾਂ ਦੀ ਮਿਸਲ 12 ਮਿਸਲਾਂ ਵਿੱਚੋਂ ਇੱਕ ਪ੍ਰਸਿੱਧ ਮਿਸਲ ਸੀ। ਬਾਬਾ ਦੀਪ ਸਿੰਘ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ 12 ਮਿਸਲਾਂ ਕਿਹੜੀਆਂ ਹਨ ਤੇ ਸ਼ਹੀਦਾਂ ਮਿਸਲ ਦੇ ਜਿੰਮੇ ਕੀ ਕੰਮ ਲੱਗਿਆ ਹੋਇਆ ਸੀ। ਸੋ 12 ਮਿਸਲਾਂ ਤੇ ਸ਼ਹੀਦਾਂ ਦੀ ਮਿਸਲ ਜਿਹੜੀ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਸਿੱਖਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਦੋਂ ਭਾਰਤ ਉੱਪਰ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਦਸ਼ਮੇਸ਼ ਗੁਰੂ ਅਜੇ 9 ਸਾਲਾਂ ਦੇ ਹੀ ਸਨ ਜਦੋਂ ਕਿ ਉਹਨਾਂ ਦੇ ਪੂਜਨੀਕ ਸਤਿਕਾਰਯੋਗ ਪਿਤਾ ਜੀ ਧੰਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1675 ਈਸਵੀ ਵਿੱਚ ਸ਼ਹੀਦੀ ਦਿੱਤੀ, ਜਿਨ੍ਹਾਂ ਦਾ ਪੁਰਾਤਨ ਰਵਾਇਤਾਂ ਵਿੱਚ ਹੋਣਾ ਸ਼ਹੀਦੀ ਦਿਨ 21 ਨਵੰਬਰ ਨੂੰ ਸੰਗਤਾਂ ਮਨਾ ਰਹੀਆਂ ਨੇ। ਤੋ ਬਾਕੀ ਚਲੋ 24 ਨੂੰ ਵੀ ਕਹਿੰਦੇ ਨੇ। 10ਵੇਂ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਬਹੁਤ ਅਨੇਕਾਂ ਲੜਾਈਆਂ ਲੜੀਆਂ। ਸਤਿਗੁਰੂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਅਣਗਿਣਤ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਮਗਰੋਂ ਸਿੱਖਾਂ ਲਈ ਬਹੁਤ ਜ਼ਿਆਦਾ ਹੀ ਕਰੜੇ ਇਮਤਿਹਾਨ ਦਾ ਸਮਾਂ ਆਇਆ। 18ਵੀਂ ਸਦੀ ਦੇ ਅੱਧ ਤੱਕ ਸਿੱਖਾਂ ਨੂੰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਸੋ ਇਸ ਕਰਕੇ ਗੁਰਸਿੱਖਾਂ ਲਈ ਇਹ ਸਖਤ ਮੁਸੀਬਤ ਦਾ ਸਮਾਂ ਸੀ। ਲਗਭਗ 60 ਸਾਲ ਸਾਰੇ ਪੰਥ ਉੱਤੇ ਘੋਰ ਅਤਿਆਚਾਰ ਹੁੰਦੇ ਰਹੇ। ਅਨੇਕਾਂ ਸਿੱਖ ਸ਼ਹੀਦ ਹੋਏ, ਪਰ ਸਿੱਖ ਹਮੇਸ਼ਾ ਹੀ ਕਹਿੰਦੇ ਚੜ੍ਹਦੀ ਕਲਾ ਵਿੱਚ ਵਿਚਰਦਾ। ਸੋ ਇਸ ਸਮੇਂ ਸਿੱਖਾਂ ਦੇ 12 ਜਥੇ ਬਣ ਗਏ, ਜਿਨ੍ਹਾਂ ਨੂੰ 12 ਮਿਸਲਾਂ ਕਿਹਾ ਜਾਂਦਾ। ਇਹਨਾਂ ਮਿਸਲਾਂ ਵਿੱਚੋਂ ਬਹੁਤੀਆਂ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕੇ ਮੱਲ ਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ। ਮਿਸਲਾਂ ਦੇ ਨਾਮ ਇਸ ਪ੍ਰਕਾਰ ਨੇ ਤੇ ਪਹਿਲੀ ਮਿਸਲ ਜਿਹੜੀ ਆ ਆਹਲੂਵਾਲੀਆ ਦੀ ਮਿਸਲ, ਦੂਸਰੀ ਸੀ ਸ਼ਹੀਦਾਂ ਦੀ ਮਿਸਲ ਜਿਹਦੇ 'ਚ ਬਾਬਾ ਦੀਪ ਸਿੰਘ ਦਾ ਨਾਮ ਆਇਆ, ਤੀਸਰੀ ਸਿੰਘਪੁਰੀਆਂ ਦੀ ਮਿਸਲ ਜਿਹਨੂੰ ਫੈਜ਼ਲਾਪੁਰੀਆਂ ਦੀ ਮਿਸਲ ਵੀ ਕਹਿੰਦੇ ਆ, ਚੌਥੀ ਮਿਸਲ ਹੈ ਸ਼ੁਕਰਚਾਰੀਆਂ ਦੀ, ਪੰਜਵੀਂ ਘਨਈਆਂ ਦੀ ਮਿਸਲ, ਛੇਵੀਂ ਕਰੋੜੀਆਂ ਦੀ ਮਿਸਲ, ਸੱਤਵੀਂ ਡੱਲੇ ਵਾਲਿਆਂ ਦੀ ਮਿਸਲ, ਅੱਠਵੀਂ ਨਿਸ਼ਾਨ ਵਾਲੀ ਮਿਸਲ, ਨੌਵੀਂ ਨਕਈਆਂ ਦੀ ਮਿਸਲ, 10ਵੀਂ ਫੂਲਕਿਆਂ ਦੀ ਮਿਸਲ, 11ਵੀਂ ਭੰਗੀਆਂ ਦੀ ਮਿਸਲ ਤੇ 12ਵੀਂ ਰਾਮਗੜੀਆਂ ਦੀ ਮਿਸਲ। ਸ਼ਹੀਦਾਂ ਦੀ ਮਿਸਲ ਕੋਲ ਹੋਰ ਮਿਸਲਾਂ ਵਾਂਗ ਕੋਈ ਖਾਸ ਫੌਜ ਤਾਂ ਨਹੀਂ ਸੀ ਹੁੰਦੀ, ਨਾ ਹੀ ਇਸ ਮਿਸਲ ਕੋਲ ਕੋਈ ਆਪਣਾ ਮਿਥਿਆ ਹੋਇਆ ਇਲਾਕਾ ਸੀ। ਇਸ ਮਿਸਲ ਵਿੱਚ ਸਿਰਲੱਥ ਬਹਾਦਰ ਸਨ। ਉਹ ਦੇਸ਼ ਤੇ ਕੌਮ ਲਈ ਜੂਝਣ ਵਾਸਤੇ ਹਰ ਸਮੇਂ ਤਿਆਰ ਰਹਿੰਦੇ ਸਨ। ਜਦੋਂ ਕੋਈ ਭੀੜ ਬਣਦੀ ਅਤੇ ਫੌਜੀ ਜਾਂ ਕਿਸੇ ਹੋਰ ਪ੍ਰਕਾਰ ਦੀ ਸਹਾਇਤਾ ਦੀ ਲੋੜ ਪੈਂਦੀ ਤਾਂ ਸ਼ਹੀਦਾਂ ਦੀ ਮਿਸਲ ਵਾਲੇ ਦੂਜੀਆਂ ਮਿਸਲਾਂ ਕੋਲੋਂ ਸਹਾਇਤਾ ਮੰਗ ਲੈਂਦੇ ਸੀ। ਬਾਕੀ ਦੀਆਂ ਸਾਰੀਆਂ ਮਿਸਲਾਂ ਵਾਲੇ ਇਹਨਾਂ ਦੀ ਬੜੀ ਇੱਜ਼ਤ ਕਰਦੇ। ਹੋਰ ਮਿਸਲਾਂ ਜਿਹੜੀਆਂ ਸੀ, ਇਸ ਕਰਕੇ ਲਗਭਗ ਸਾਰੇ ਸਰਦਾਰਾਂ ਨੇ ਸ਼ਹੀਦਾਂ ਦੀ ਮਿਸਲ ਦੇ ਸਰਦਾਰਾਂ ਪਾਸੋਂ ਅੰਮ੍ਰਿਤ ਛਕਿਆ। ਇਸ ਮਿਸਲ ਦੇ ਆਗੂ ਆਚਰਨ ਤੇ ਰਹੁ ਰੀਤ ਵਿੱਚ ਬੜੇ ਉੱਚੇ ਸਨ, ਕਿਉਂਕਿ ਹੋਰ ਮਿਸਲਾਂ ਦੇ ਜਿਹੜੇ ਸੀ, ਇਹ ਜਿਹੜੀ ਸ਼ਹੀਦਾਂ ਦੀ ਮਿਸਲ ਸੀ ਅੰਮ੍ਰਿਤ ਸੰਚਾਰ ਬਹੁਤ ਕਰਦੀ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਤੋ ਇਹ ਜਿਹੜੀ ਸੀ ਅੰਮ੍ਰਿਤ ਛਕਿਆ ਸਾਰਿਆਂ ਨੇ ਤਾਂ ਬਹੁਤ ਸਤਿਕਾਰ ਕਰਦੇ। ਇਸ ਮਿਸਲ ਦੇ ਆਗੂ ਆਚਰਨ ਤੇ ਰਹੁ ਰੀਤ ਵਿੱਚ ਬੜੇ ਉੱਚੇ ਸਨ। ਇਸ ਮਿਸਲ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ। ਉਹ ਸਾਬੋ ਕੀ ਤਲਵੰਡੀ ਗੁਰਦੁਆਰਾ ਦਮਦਮਾ ਸਾਹਿਬ ਦੇ ਮੁਖੀ ਸਨ। ਦਮਦਮਾ ਸਾਹਿਬ ਦੇ ਮੁਖੀ ਵੀ ਸਨ ਤੇ ਦਮਦਮੀ ਟਕਸਾਲ ਦੇ ਮੁਖੀ ਵੀ ਆਪ ਹੋਏ ਨੇ। ਦਮਦਮੀ ਟਕਸਾਲ ਦੀ ਸੇਵਾ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ, ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਆਪਣਾ ਜੋ ਪਾਵਨ ਸਥਾਨ ਹੈ ਸੱਤੋ ਕੀ ਗਲੀ ਦੇ ਵਿੱਚ ਅਮੀਰ ਭੰਡਾਰ ਜਿਹੜੀ ਆਪਾਂ ਸਟੀਕ ਪੜ੍ਹਦੇ ਹਾਂ ਸਾਰਾ, ਉਹਦੇ ਵਿੱਚ ਜਿਹੜੀ ਸੀ ਸੰਤ ਬਾਬਾ ਕਿਰਪਾਲ ਸਿੰਘ ਜੀ ਹੋਏ। ਇਹ ਸੱਤੋ ਕੀ ਗਲੀ ਪੈਂਦੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ ਟਕਸਾਲ ਬਾਬਾ ਜੀ ਪੜ੍ਹਾਉਂਦੇ ਰਹੇ ਸੰਗਤਾਂ ਨੂੰ। ਆਪ ਵਿਦਵਾਨ ਹੋਣ ਦੇ ਨਾਲ ਨਾਲ ਇੱਕ ਬਹਾਦਰ ਯੋਧੇ ਵੀ ਸਨ। ਆਪ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰੱਖਿਆ ਲਈ 1761 ਈਸਵੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਹ ਉਹ ਸਮਾਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਪਰ 5-6 ਹਮਲੇ ਕੀਤੇ।
ਅਹਿਮਦ ਸ਼ਾਹ ਨੇ ਇਹਨਾਂ ਹਮਲਿਆਂ ਦੇ ਦੌਰਾਨ ਭਾਰਤ ਨੂੰ ਬਹੁਤ ਲੁੱਟਿਆ। ਅਹਿਮਦ ਸ਼ਾਹ ਨੇ ਜਹਾਨ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪਿਆ ਸੀ। ਉਸਨੇ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਦੀ ਨਾਕਾਬੰਦੀ ਕਰ ਦਿੱਤੀ। ਅਹਿਮਦ ਸ਼ਾਹ ਤੇ ਉਹਦੇ ਸੂਬੇਦਾਰ ਸਿੱਖਾਂ ਦੇ ਵਿਰੁੱਧ ਸਨ। ਸਿੱਖਾਂ ਦੇ ਧਰਮ ਕੇਂਦਰ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ। ਜਿਹੜੇ ਸਿੱਖ ਰਸਤੇ ਵਿੱਚ ਮਿਲੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਗਿਆ। ਇਥੋਂ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਭੁਰ ਦਿੱਤਾ। ਇਸ ਸਥਾਨ ਉੱਤੇ ਮਾਲ ਡੰਗਰ ਬੰਨ੍ਹ ਲਏ। ਇਸ ਪਵਿੱਤਰ ਸਥਾਨ ਦੀ ਬੇਅਦਬੀ ਸਿੱਖ ਕਿਵੇਂ ਸਹਿ ਸਕਦੇ ਸਨ। ਸੋ ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਨ ਵਿਰੁੱਧ ਅੰਦੋਲਨ ਆਰੰਭ ਲਿਆ। ਜਹਾਨ ਖਾਨ ਦੇ ਸੈਂਕੜੇ ਫੌਜੀ ਮਾਰੇ ਗਏ। ਲੜਦੇ ਲੜਦੇ ਬਾਬਾ ਦੀਪ ਸਿੰਘ ਜੀ ਵੀ ਸ਼ਹੀਦ ਹੋਏ। ਬਾਬਾ ਦੀਪ ਸਿੰਘ ਇੱਕ ਬਹਾਦਰ ਅਤੇ ਨਿਡਰ ਯੋਧੇ ਸਨ। ਉਹ ਪੂਰਨ ਗੁਰਸਿੱਖ ਅਤੇ ਮਹਾਨ ਵਿਦਵਾਨ, ਪੂਰਨ ਪੁਰਖ, ਉਹ ਨਿਸ਼ਕਾਮ ਸੇਵਕ ਤੇ ਬਹੁਤ ਭਾਰੀ ਮੰਨ ਲਓ ਕਿ ਤਪਸਵੀ ਸਨ। ਤਪਸਵੀ ਕਿਵੇਂ? ਗੁਰ ਸੇਵਾ ਤਪਾਂ ਸਿਰ ਤਪਸਾਰ। ਧੰਨ ਬਾਬਾ ਦੀਪ ਸਿੰਘ ਨੂੰ ਬਚਪਨ ਵਿੱਚ ਨਹੀਂ ਸੀ ਲੋਕਾਂ ਨੂੰ ਪਤਾ ਕਿ ਇਹਨਾਂ ਨੇ ਇੰਨੇ ਵੱਡੇ ਯੋਧੇ ਬਣਨਾ ਹੈ। ਸੋ ਕੱਚਾ ਜਿਹਾ ਨਾਂ ਲੈ ਕੇ ਲੋਕ ਬੁਲਾਇਆ ਕਰਦੇ ਬਾਬਾ ਜੀ ਨੂੰ। ਉਦੋਂ ਤਾਂ ਕੱਚਾ ਲੋਕ ਨਾਂ ਲੈ ਲੈਂਦੇ ਨੇ, ਪਰ ਆਪਾਂ ਦੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੀ ਕਹਿਣਾ। ਬਾਅਦ ਵਿੱਚ ਇਹਨਾਂ ਦਾ ਨਾਮ ਬਾਬਾ ਦੀਪ ਸਿੰਘ ਪ੍ਰਸਿੱਧ ਹੋਇਆ। ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਕੁਝ ਸਮਾਂ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਯੁੱਧ ਵੀ ਕੀਤੇ। ਦਮਦਮਾ ਸਾਹਿਬ ਦੇ ਗੁਰਦੁਆਰੇ ਦੀ ਸੇਵਾ ਕਰਦੇ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਪੰਥ ਨੂੰ ਜਦੋਂ ਵੀ ਲੋੜ ਪਈ ਤਾਂ ਆਪਣੀ ਜਾਨ ਦੀ ਬਾਜੀ ਲਗਾ ਕੇ ਮੈਦਾਨ 'ਚ ਨਿਕਲੇ। ਬਾਬਾ ਜੀ ਦਾ ਜਿਹੜਾ ਜਨਮ ਹੈ ਤੇ ਬਚਪਨ ਦਾ ਸਮਾਂ, ਬਾਬਾ ਦੀਪ ਸਿੰਘ ਦਾ ਜਨਮ ਲਿਖਿਆ 1682 ਈਸਵੀ ਵਿੱਚ ਹੋਇਆ। ਇਹ ਥੋੜੇ ਆਪਸ ਵਿੱਚ ਕੁਝ ਮਤਭੇਦ 'ਚ ਚੱਲਦੇ ਰਹਿੰਦੇ ਨੇ। ਰੋਹ ਵਿਚਾਰ ਸਮਾਂ ਜਿਸ ਪ੍ਰਕਾਰ ਦਾ ਬਣਦਾ ਹੈ ਖੋਜ ਹੋ ਰਹੀ ਹੈ। ਪਹਿਲਾਂ ਵੀ ਦੱਸਿਆ ਸੀ ਕਿ ਆਮ ਤੌਰ ਤੇ ਆਪਾਂ ਇਹ ਜਨਮ ਦਿਨ ਬਾਬਾ ਜੀ ਦਾ ਜਨਵਰੀ 'ਚ ਹੀ ਆਉਂਦਾ। 25, 26, 27 ਜਨਵਰੀ ਇਹਨਾਂ ਕੁ ਦਿਨਾਂ 'ਚ ਆਉਂਦਾ। ਸੋ ਆਪ ਦੇ ਪਿਤਾ ਦਾ ਨਾਂ ਭਗਤਾ ਸੀ ਤੇ ਮਾਤਾ ਜੀ ਦਾ ਨਾਮ ਸੀ ਮਾਤਾ ਜਿਉਣੀ ਜੀ। ਸੋ ਆਪ ਦਾ ਜਨਮ ਪਿੰਡ ਪੋਹ ਪਿੰਡ ਵਿੱਚ ਹੋਇਆ। ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ। ਬਾਬਾ ਦੀਪ ਸਿੰਘ ਨੂੰ ਕਹਿੰਦੇ ਨੇ ਬਚਪਨ ਦੇ ਵਿੱਚ ਨਿਆਣੇ ਕੱਚੇ ਨਾਂ ਨਾਲ ਹੀ ਬੁਲਾਉਂਦੇ ਸੀ। ਆਪ ਦੇ ਪਿਤਾ ਧਾਰਮਿਕ ਖਿਆਲਾਂ ਵਾਲੇ ਜੱਟ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਸੀ। ਉਹਨਾਂ ਨੇ ਆਪਣੇ ਸਪੁੱਤਰ ਨੂੰ ਬਾਹੀ ਦੇ ਨਾਲ ਗੁਰਮੁਖੀ ਪੜ੍ਹਨੀ ਵੀ ਸਿਖਾਈ, ਨਾਲੇ ਖੇਤੀਬਾੜੀ ਕਰਨੀ, ਨਾਲੇ ਹੂੜਾ ਜਿਹੜੀ ਸੱਸਾ ਹਾਹਾ ਸਿਖਾਉਣਾ। ਇਹ ਪਹਿਲਾਂ ਮੌਜ ਸੀ ਨਾ, ਤੇ ਪਹਿਲਾਂ ਸੰਥਿਆ ਵੀ ਨਾਲ ਹੀ ਕਰਾ ਦਿੰਦੇ ਹੁੰਦੇ ਸੀ। ਸਿਆਰੀ, ਬਿਹਾਰੀ, ਔਂਕੜ, ਦਲੈਂਕੜ। ਹੁਣ ਨਿਆਣੇ ਵੱਡੇ ਹੋ ਗਏ, ਅੰਗਰੇਜ਼ੀ ਪੜ੍ਹਦੇ ਨੇ, ਕੋਈ ਪੜ੍ਹਾਈ ਕਰਦਾ। ਮਸਾਂ ਕਿਤੇ ਫਿਰ ਕਈ 25, 30 ਸਾਲ 50 ਸਾਲ ਦੇ ਹੋ ਗਏ, ਉਹਨਾਂ ਨੂੰ ਹਾਲੇ ਤੱਕ ਊੜਾ ਦਾ ਪਤਾ ਹੀ ਨਹੀਂ ਜੀ ਸਿਆਰੀ ਬਿਆਰੀ ਕਿੱਧਰ ਲੱਗਦੀ। ਇਸ ਕਰਕੇ ਉਦੋਂ ਗੁਰਮੁਖੀ ਲਿਪੀ ਪਹਿਲਾਂ ਹੀ ਪੜ੍ਹਾ ਦਿੱਤੀ ਜਾਂਦੀ ਸੀ। ਸੋ ਬਾਬਾ ਦੀਪ ਸਿੰਘ ਜੀ ਹੌਲੀ ਗੁਰਬਾਣੀ ਦਾ ਪਾਠ ਕਰਨ ਲੱਗ ਪਏ। ਉਹ ਗੁਰਸਿੱਖਾਂ ਦੀ ਸੰਗਤ ਕਰਦੇ, ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ ਹੱਥ ਵਟਾਉਂਦੇ। ਸੋ ਬਾਬਾ ਜੀ ਬਚਪਨ ਤੋਂ ਹੀ ਇੱਕ ਸਡੌਲ ਤੇ ਚੰਗੇ ਗੁੱਸੇ ਵਾਲੇ ਸੀ। ਸਰੀਰ ਬੜਾ ਤਕੜਾ ਸੀ, ਯੋਧੇ ਸੀ ਬੜੇ ਤਕੜੇ। ਕੁਦਰਤ ਵੱਲੋਂ ਹੀ ਮਹਾਰਾਜ ਦੀ ਕਿਰਪਾ ਸੀ। ਉਹਨਾਂ ਨੂੰ ਕੁਸ਼ਤੀਆਂ ਤੇ ਘੋੜਸਵਾਰੀ ਦਾ ਬੜਾ ਸ਼ੌਕ ਸੀ। ਆਪਣੇ ਪਿਤਾ ਵਾਂਗ ਸ਼ੁਰੂ ਤੋਂ ਹੀ ਧਾਰਮਿਕ ਰੁਚੀ ਵਾਲੇ ਸੀ। ਜਦੋਂ ਬਾਬਾ ਜੀ ਵੱਡੇ ਹੋਏ ਤਾਂ ਸੋਹਣੇ ਭਰਵੇਂ ਨੌਜਵਾਨ ਬਣੇ। ਉਹਨਾਂ ਨੇ ਸ਼ਸਤਰ ਵਿਦਿਆ ਸਿੱਖੀ, ਗੱਤਕਾ ਸਿੱਖਿਆ, ਘੋੜਸਵਾਰੀ ਸਿੱਖੀ। ਤਾਂ ਇਸ ਕਰਕੇ ਉਹ ਬੜੇ ਨਿਡਰ ਸਨ। ਬਾਣੀ ਦਾ ਪ੍ਰਤਾਪ ਫਿਰ ਇਸ ਪ੍ਰਕਾਰ ਪਿਤਾ ਦੇ ਉੱਤੇ ਵੀ ਸਾਰੀ ਗੱਲ ਹੈ। ਕੰਮਕਾਰ ਕਰਨ ਕਰਕੇ ਖੇਤੀਬਾੜੀ ਦੇ ਕੰਮ ਕਰਨ ਵਾਲਿਆਂ ਦੇ ਹੱਥ ਵੈਸੇ ਨਰੋਏ ਵੀ ਹੋ ਜਾਂਦੇ, ਨਾਲੇ ਉਦੋਂ ਹਲ ਵਾਹੁਣੇ, ਹੋਰ ਕਾਰਜ ਕਰਨੇ। ਸੋ ਆਚਰਨ ਦੇ ਬੜੇ ਉੱਚੇ ਤੇ ਸੁੱਚੇ ਸੀ। ਉਦੋਂ ਸਮਾਂ ਹੀ ਐਸਾ ਸੀ, ਵੈਸੇ ਵੀ ਬਹੁਤ ਹੈ ਹੀ ਨਹੀਂ ਸੀ ਵਿਸ਼ੇ ਵਿਕਾਰ। ਆ ਤਾਂ ਹੁਣ ਬਾਹਲੀ ਅੱਗ ਜੀ ਜਿਹੜੀ ਲੱਗੀ ਆ 40 ਸਾਲਾਂ ਤੋਂ ਆ ਫਿਲਮਾਂ ਦੀਆਂ ਆ ਗਈਆਂ, ਸੀਰੀ ਲਾ ਕੇ ਇਹਨਾਂ ਲੋਕਾਂ ਨੂੰ ਅੱਗ ਲਾਈ ਬਾਹਲੀ ਵਿਸ਼ਿਆਂ ਵਿਕਾਰਾਂ ਦੀ। ਨਹੀਂ ਪਹਿਲਾਂ ਕਿੱਥੇ ਹੁੰਦੀਆਂ ਸੀ ਅੱਗਾਂ। ਇਸ ਕਰਕੇ ਬਹੁਤ ਸ਼ਾਂਤਮਈ ਤੇ ਸੁੱਚੇ ਆਚਰਨ ਵਾਲੇ ਬਾਬਾ ਜੀ ਹਰ ਰੋਜ਼ ਖੇਤੀ ਦੇ ਕੰਮ ਕਾਜ ਤੋਂ ਇਲਾਵਾ ਸਵੇਰੇ ਸ਼ਾਮ ਸਤਸੰਗ ਕਰਦੇ, ਦੋਨੋਂ ਟਾਈਮ ਤੇ ਗੁਰਬਾਣੀ ਪੜ੍ਹਦੇ, ਕੀਰਤਨ ਸੁਣਦੇ। ਜਦੋਂ ਵੇਲ ਲੱਗਦੀ ਤਾਂ ਸ੍ਰੀ ਸਾਹਿਬ ਚਲਾਉਣੀ, ਨੇਜਾ ਸੁੱਟਣਾ, ਘੋੜਸਵਾਰੀ ਦਾ ਅਭਿਆਸ ਕਰਨਾ। ਇਹ ਜਿਹੜੇ ਚਿਪਸਾਂ ਜੀਆਂ ਖਾ ਕੇ ਤੁਰੇ ਫਿਰਦੇ ਨਾ ਅੱਜ ਕੱਲ, ਗੱਲਾਂ ਕਰਦੇ ਨੇ, ਚੀਜ਼ ਦੇ ਸਾਹ ਨਹੀਂ ਲੱਥਾ।
ਤੁਸੀਂ ਤਾਂ ਪਾਈਏ ਦਾ ਵੱਟਾ ਚੱਕ ਕੇ ਨਹੀਂ ਤੁਰ ਸਕਦੇ, ਤੁਹਾਨੂੰ ਕੀ ਪਤਾ ਸਿੱਖੀ ਹੁੰਦੀ ਕੀ। ਜਿਨ੍ਹਾਂ ਨੇ ਖੇਤੀਬਾੜੀ ਕੀਤੀ ਆ, ਮਹਾਂਪੁਰਖਾਂ ਨੇ 22 ਘੰਟੇ ਖੇਤਾਂ 'ਚ ਕੰਮ ਕੀਤਾ, ਮੈਨੂੰ ਪਤਾ ਉਹਨਾਂ ਦਾ ਹੱਥ ਕਿੰਨਾ ਕਰਦਾ ਸੀ। ਜੇ ਇੱਕ ਵਾਰ ਵੱਜ ਜਾਂਦਾ ਸੀ ਨਾ ਕਿਸੇ ਦੇ ਤੇ ਐਨ ਇੱਕ ਵਾਰ ਲਾਲ ਕਰ ਦਿੰਦੇ ਸੀ, ਉਹ ਜਾੜਾਂ ਜੂੜਾਂ ਸਭ ਹਿੱਲ ਜਾਂਦੀਆਂ। ਯੋਧਿਆਂ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ, ਐਵੇਂ ਬਹਿ ਕੇ ਆ ਕਮਰਿਆਂ ਦੇ ਵਿੱਚ ਗੱਲਾਂ ਕਰ ਲੈਣੀਆਂ ਇੱਕ ਅਲੱਗ ਗੱਲ ਹੁੰਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਮਿਲਾਪ ਤੇ ਬਾਬਾ ਦੀਪ ਸਿੰਘ ਜੀ ਦਾ ਸੁਭਾਅ ਬਹੁਤ ਮਿੱਠਾ ਸੀ, ਮਿਠਾਸ ਭਰਿਆ। ਬਾਬਾ ਜੀ ਦੀ ਪਿਛਲੇ ਦੀ ਕਮਾਈ ਬਹੁਤ ਜ਼ਿਆਦਾ। ਚਲੋ ਅੱਜ ਕੱਲ੍ਹ ਦੇ ਜਿਹੜੇ ਇਹ ਨਹੀਂ ਮੰਨਣੀ ਨਾ ਮੰਨੋ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਨਾ, ਹੇਮਕੁੰਟ ਪਰਬਤ ਹੈ ਜਹਾਂ, ਉਸ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਸੀ ਬਹੁਤ ਤਪੱਸਿਆ ਕੀਤੀ। ਬਾਬਾ ਦੀਪ ਸਿੰਘ ਦੀ ਤਪੱਸਿਆ ਦੀ ਸਾਜਨ ਤੋਂ ਲੈ ਕੇ ਹੋਈ ਹੈ। ਇੰਨੇ ਜਾਣ ਲਓ ਕਿ ਐ ਗੱਲਾਂ ਨਹੀਂ ਹੋ ਜਾਂਦੀਆਂ ਹੁੰਦੀਆਂ। ਇਹ ਬੜੀ ਕਮਾਈ ਹੈ ਇਹਨਾਂ ਦੀ ਪਿਛਲੇ ਸਮੇਂ ਤੋਂ ਲੈ ਕੇ। ਧੰਨ ਬਾਬਾ ਦੀਪ ਸਿੰਘ ਜੀ, ਹੋਰ ਨਾ ਕੋਈ ਐ ਕਰ ਗਿਆ, ਮਹਾਂਪੁਰਖ ਹੀ ਐਸਾ ਕਰ ਸਕਦੇ ਨੇ, ਜੀਵਨ ਮੁਕਤ ਮਹਾਂਪੁਰਖ। ਸੋ ਉਹਨਾਂ ਨੇ ਧਾਰਮਿਕ ਰੁਚੀਆਂ ਕਰਕੇ ਪਿੰਡ ਦੇ ਕੋਲ ਲੋਕ ਇਹਨਾਂ ਨੂੰ ਬਹੁਤ ਸਤਿਕਾਰ ਕਰਦੇ। ਆਚਰਨ ਦਾ ਉੱਚਾ ਸਤਸੰਗੀ ਹੋਣ ਕਰਕੇ ਪਿੰਡ ਵਾਲੇ ਇਹਨਾਂ ਨੂੰ ਭਾਈ ਦੀਪ ਕਹਿਣ ਲੱਗੇ, ਭਾਈ ਦੀਪਾ ਕਹਿਣ ਲੱਗ ਪਏ, ਕਿਉਂਕਿ ਉਦੋਂ ਅੰਮ੍ਰਿਤ ਨਹੀਂ ਨਾ ਛਕਿਆ। ਭਾਈ ਦੀਪਾ ਜੀ ਜਦੋਂ 18 ਸਾਲ ਦੇ ਕਹਿੰਦੇ ਹੋ ਗਏ ਤਾਂ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਪਿਛਲਾ ਕਰਮ ਜਾਗ ਪਿਆ। ਉਹ ਇੱਥੇ 3 ਮਹੀਨੇ ਤੇ 11 ਦਿਨ ਰਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਸੁਣਦੇ ਰਹੇ। ਜਦੋਂ ਭਾਈ ਕਹਿੰਦੇ ਬਾਬਾ ਦੀਪ ਸਿੰਘ, ਆਪਾਂ ਤਾਂ ਕਹਿਣਾ ਉਹ ਪਹਿਲਾ ਨਾਮ ਦੱਸਦੇ ਨੇ ਉਦੋਂ, ਕਿਉਂਕਿ ਹਲੇ ਅੰਮ੍ਰਿਤ ਛਕਣਾ ਸੀ। ਜਦੋਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ ਤਾਂ ਇਹ ਹੋਲੇ ਦੇ ਦਿਨ ਸਨ। ਇੱਥੇ ਦੂਰੋਂ ਨੇੜਿਓਂ ਬੇਅੰਤ ਸੰਗਤਾਂ ਆਈਆਂ ਹੋਈਆਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖਾਲਸਾ ਸਾਧ ਚੁੱਕੇ ਸੀ। ਹੋਲੇ ਮਹੱਲੇ ਦੇ ਸੋਹਣੇ ਮੌਕੇ ਤੇ ਅੰਮ੍ਰਿਤ ਸੰਚਾਰ ਹੋਣਾ, ਸੰਗਤਾਂ ਦੂਰੋਂ ਆ ਕੇ ਮਹਾਰਾਜ ਦੇ ਘਰ ਕਮਲਾਂ ਤੋਂ ਅੰਮ੍ਰਿਤ ਛਕਣਾ ਅਤੇ ਚੰਗੇ ਭਾਗ ਸਮਝਦੀਆਂ ਸੀ। ਭਾਈ ਭਗਤਾ, ਉਹਨਾਂ ਦੀ ਪਤਨੀ ਬੀਬੀ ਜੀਵਨੀ ਅਤੇ ਉਹਨਾਂ ਦਾ ਪੁੱਤਰ ਬਾਬਾ ਦੀਪ ਸਿੰਘ ਜੀ ਨਰੋਜ਼ ਸਤਸੰਗ ਦੇਖ ਕੇ ਬਹੁਤ ਖੁਸ਼ ਹੋਏ। ਉਹ ਲੰਗਰ ਦੀ ਸੇਵਾ ਕਰਦੇ ਰਹੇ, ਸ਼ਬਦ ਕੀਰਤਨ ਸੁਣਦੇ ਅਤੇ ਮਹਾਰਾਜ ਦੇ ਸੋਹਣੇ ਬਚਨ ਸੁਣ ਕੇ ਬੜੇ ਖੁਸ਼ ਹੁੰਦੇ। ਹੋਲੇ ਮਹੱਲੇ ਵਾਲੇ ਦਿਨ ਹੋਲੇ ਮਹੱਲੇ ਦਾ ਸਮਾਗਮ ਹੋਇਆ, ਜਦੋਂ ਉਹਨਾਂ ਨੇ ਬਹਾਦਰ ਸਿੱਖਾਂ ਦੀ ਤੀਰ ਅੰਦਾਜ਼ੀ, ਗੱਤਕਾ ਤੇ ਤਲਵਾਰ ਚਲਾਉਣੇ ਤੇ ਕੌਤਕ ਦੇਖੇ, ਘੋੜਿਆਂ ਦੀਆਂ ਦੌੜਾਂ ਤੱਕੀਆਂ। ਉਸ ਵਕਤ ਬਾਬਾ ਜੀ ਦੇ ਮਨ ਵਿੱਚ ਨਵਾਂ ਉਤਸ਼ਾਹ ਪੈਦਾ ਹੋ ਗਿਆ। ਕਿਉਂ? ਇਹ ਕੁਦਰਤੀ ਹੁੰਦਾ। ਕਈਆਂ ਦੇ ਮਨ 'ਚ ਹੁੰਦਾ ਮਾਲਾ ਫੜ ਲੈਣੀ, ਮੈਂ ਭਗਤੀ ਕਰਨੀ ਹੈ। ਕਈਆਂ ਦੇ ਮਨ 'ਚ ਹੁੰਦਾ ਮੈਂ ਸੇਵਾ ਹੀ ਕਰਨੀ ਹੈ, ਉਹ ਲੰਗਰ 'ਚ ਭਾਂਡੇ ਮਾਂਜ ਲਾਈ ਜਾ ਕੇ। ਕਈਆਂ ਦੇ ਮਨ 'ਚ ਹੁੰਦਾ ਮੈਂ ਤਾਂ ਗੱਤਕਾ ਸਿੱਖਣਾ, ਮੈਂ ਤਾਂ ਯੋਧਾ ਬਣਨਾ। ਆਪੋ ਆਪਣੀ ਬਿਰਤੀ ਦੇ ਮੁਤਾਬਕ ਹੈ। ਬਾਬਾ ਜੀ ਨੇ ਜੋ ਘੋੜ ਸਵਾਰੀ ਦੇਖੀ, ਕਿਉਂਕਿ ਸ਼ਸਤਰ ਚਲਾਉਣਾ ਤਾਂ ਪਹਿਲਾਂ ਤੋਂ ਜਾਣਦੇ ਸੀ, ਬੜਾ ਚਾਅ ਉੱਠਿਆ ਵੀ ਮੇਰੀ ਇੱਛਾ ਪੂਰੀ ਹੋ ਗਈ। ਉਹਨਾਂ ਦਾ ਚਿੱਤ ਕੀਤਾ ਕਿ ਉਹ ਵੀ ਸਤਿਗੁਰੂ ਮਹਾਰਾਜ ਦੇ ਬਹਾਦਰ ਸਿੱਖਾਂ ਵਾਂਗੂ ਸ਼ਸਤਰ ਚਲਾਉਣ, ਘੋੜ ਸਵਾਰੀ ਵਿੱਚ ਨਿਪੁੰਨ ਹੋਣ। ਭਾਈ ਭਗਤਾ, ਉਹਨਾਂ ਦੇ ਪਿਤਾ ਜੀ ਅਨੰਦਪੁਰ ਸਾਹਿਬ ਜਦੋਂ ਕੁਝ ਸਮਾਂ ਰਹੇ ਤਾਂ ਇੱਕ ਦਿਨ ਉਹਨਾਂ ਨੇ ਆਪਣੀ ਉਸ ਵਕਤ ਪਤਨੀ ਸਮੇਤ ਦੀਵਾਨ ਵਿੱਚ ਖੜੇ ਹੋ ਕੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਤੇ ਪਾਤਸ਼ਾਹ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਗਰੀਬ ਨਵਾਜ। ਭਾਈ ਭਗਤਾ, ਮਾਤਾ ਜੀਵਨੀ, ਭਾਈ ਭਗਤ ਸਿੰਘ ਜੀ ਬਣ ਗਏ, ਸੋ ਬੀਬੀ ਜੀਵਨ ਕੌਰ ਜੀ ਬਣ ਗਏ। ਮਹਾਰਾਜ ਨੇ ਉਹਨਾਂ ਦੇ ਸੀਸ ਤੇ ਹੱਥ ਰੱਖਿਆ, ਸਭ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਭਗਤਾ ਜੀ ਦਾ ਨਾਮ ਭਗਤ ਸਿੰਘ ਤੇ ਬਾਬਾ ਜੀ ਦਾ ਨਾਮ ਰੱਖਿਆ। ਅੱਜ ਤੋਂ ਇਹ ਦੀਪ ਸਿੰਘ ਹੈ। ਭਾਈ ਦੀਪ ਸਿੰਘ ਜੀ ਹਨ, ਇਹ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਸਾਹਿਬ ਜਾਣਦੇ ਨੇ। ਹੋਲੇ ਮਹੱਲੇ ਤੋਂ ਕੁਝ ਦਿਨ ਮਗਰੋਂ ਭਾਈ ਭਗਤ ਸਿੰਘ ਨੂੰ ਵਾਪਸ ਘਰ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਮਹਾਰਾਜ ਦੇ ਹਜ਼ੂਰ ਹਾਜ਼ਰ ਹੋ ਕੇ ਘਰ ਜਾਣ ਦੀ ਆਗਿਆ ਮੰਗੀ। ਬਾਬਾ ਦੀਪ ਸਿੰਘ ਆਪਣੇ ਮਾਤਾ ਪਿਤਾ ਨਾਲ ਹੱਥ ਜੋੜੀ ਖੜੇ ਸੀ। ਦਸ਼ਮੇਸ਼ ਪਿਤਾ ਦੀ ਬਾਬਾ ਜੀ ਵੱਲ ਤੱਕਿਆ। ਮਹਾਰਾਜ ਨੇ ਪੁੱਛਿਆ, ਭਾਈ ਦੀਪ ਸਿੰਘ, ਤੂੰ ਜਾਣਾ ਕਿ ਇੱਥੇ ਰਹਿਣਾ? ਗੁਰਾਂ ਨੇ ਉਹਦੇ ਅੰਨਾਂ ਨੇ ਅੰਦਰਲੀ ਗੱਲ ਪਕੜ ਲਈ ਵੀ ਜਾਣਾ ਨਹੀਂ ਚਾਹੁੰਦੇ ਹਾਂ, ਇਹ ਮੇਰਾ ਹੀ ਆ, ਮੇਰਾ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬਾਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਕਿਹਾ, ਕਿੰਨੇ ਪੁੱਤਰ ਨੇ? ਕਹਿੰਦੇ 7। ਕਹਿੰਦੇ ਆਹ ਸਾਨੂੰ ਦੇ ਦਿਓ। ਕਹਿੰਦੇ ਇੱਕ ਪੁੱਤਰ ਸਾਨੂੰ ਦੇ ਦਿਓ। ਕਹਿੰਦੇ ਜਿਹੜਾ ਮਰਜ਼ੀ ਲੈ ਲਓ। ਕਹਿੰਦੇ ਆਹ ਦੇ ਦਿਓ।
ਮਹਾਂਪੁਰਸ਼ ਮੰਗ ਕੇ ਲੈ ਲਿਆ ਕਰਦੇ ਹੁੰਦੇ ਨੇ। ਇਹ ਬੜਿਆ ਮਹਾਂਪੁਰਖਾਂ ਨਾਲ ਹੋਇਆ, ਇੱਕ ਨਾਲ ਨਹੀਂ। ਕੋਈ ਮਹਾਂਪੁਰਖ ਜਾਊਗਾ ਕਹੂਗਾ ਆਹ ਸਾਨੂੰ ਦੇ ਦਿਓ। ਬਾਬਾ ਦੀਪ ਸਿੰਘ ਦਾ ਜੀ ਨਹੀਂ ਸੀ ਕਰਦਾ ਕਿ ਅਨੰਦਪੁਰ ਸਾਹਿਬ ਜਾਣ। ਅੰਦਰ ਅੰਦਰ ਅਰਦਾਸਾਂ ਕਰਦੇ, ਮਹਾਰਾਜ ਕਿਤੇ ਮੈਂ ਇੱਥੇ ਹੀ ਰਹਿ ਜਾ, ਮੇਰੇ ਮਾਂ-ਬਾਪ ਨਾਲ ਨਾ ਜਾਣ। ਮਹਾਰਾਜ ਨੇ ਪੁੱਛਿਆ ਭਾਈ ਤੂੰ ਇੱਥੇ ਰਹਿਣਾ ਕਿ ਜਾਣਾ ਹੈ? ਬਾਬਾ ਜੀ ਨੇ ਉਸ ਨਿਮਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਸੇਵਕ ਹਾਂ, ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ। ਦੇਖੋ ਲਾਇਕ ਜਾਣਨਾ, ਦੇਖੋ ਇਹਨਾਂ ਗੱਲਾਂ ਤੋਂ ਪਹਿਚਾਣ ਹੁੰਦੀ ਹੈ ਉਹਨਾਂ ਦੀ ਸਿਆਣਪ, ਬਾਬਾ ਜੀ ਦੀ ਸੂਝ-ਬੂਝ। ਇਹ ਨਹੀਂ ਕਿਹਾ ਖਾ ਦੇਣੇ ਵੀ ਮੈਂ ਇੱਥੇ ਰਹੂੰਗਾ ਜੀ, ਮੈਂ ਨਹੀਂ ਘਰ ਜਾਣਾ ਜੀ। ਬੋਲਣ ਦਾ ਵੀ ਤਮੀਜ਼ ਹੋਣੀ ਚਾਹੀਦੀ, ਤਰੀਕਾ ਹੁੰਦਾ ਹੈ। ਸੱਚੇ ਪਾਤਸ਼ਾਹ ਤੁਹਾਡਾ ਸੇਵਕ ਹਾਂ, ਜਿੱਥੇ ਹੁਕਮ ਕਰੋ ਉੱਥੇ ਹੀ ਰਹਾਂਗਾ। ਭਾਈ ਭਗਤ ਸਿੰਘ ਆਪਣੇ ਪੁੱਤਰ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਗੁਰਾਂ ਅੱਗੇ ਬੇਨਤੀ ਕੀਤੀ ਕਿ ਮਾਲਕ ਜੀ, ਸੱਚੇ ਪਾਤਸ਼ਾਹ ਜੀ, ਸਾਡਾ ਬੇਟਾ ਆਪ ਦਾ ਚਰਨ ਸੇਵਕ ਹੈ, ਜੇ ਇਹਨੂੰ ਆਪ ਜੀ ਦੀ ਸ਼ਰਨ ਵਿੱਚ ਰਹਿਣ ਦਾ ਮਾਣ ਮਿਲੇ ਤਾਂ ਸਾਡੇ ਧੰਨ ਭਾਗ ਸਾਡੇ ਸੱਚੇ ਪਾਤਸ਼ਾਹ ਜੀ ਤੁਹਾਡੀ ਸੇਵਾ ਕਰੇ। ਇਸ ਕਰਕੇ ਉਹ ਬਹੁਤ ਖੁਸ਼ ਹੋਏ, ਬੜੇ ਖੁਸ਼ ਹੋਏ। ਸਾਥੋਂ ਵੱਧ ਖੁਸ਼ ਨਸੀਬ ਕੌਣ ਹੋਵੇਗਾ ਮਹਾਰਾਜ? ਸਤਿਗੁਰਾਂ ਨੇ ਕਿਹਾ ਸਾਨੂੰ ਖੁਸ਼ੀ ਹੈ ਕਿ ਭਾਈ ਦੀਪ ਸਿੰਘ ਸਾਡੇ ਪਾਸ ਰਹੇਗਾ। ਭਾਈ ਦੀਪ ਸਿੰਘ ਦੇ ਮਾਤਾ ਪਿਤਾ ਵਾਪਸ ਆਪਣੇ ਪਿੰਡ ਚਲੇ ਗਏ ਤਾਂ ਬਾਬਾ ਜੀ ਗੁਰੂ ਸਾਹਿਬ ਦੇ ਕੋਲ ਰਹਿ ਪਏ। ਉਹਨਾਂ ਦਾ ਚਿੱਤ ਕੀਤਾ ਉਹ ਵੀ ਗੁਰੂ ਸਾਹਿਬ ਦੇ ਬਹਾਦਰ ਸਿੱਖਾਂ ਵਾਂਗ ਬਹਾਦਰ ਤੇ ਨਿਡਰ ਬਣਨ। ਕਿ ਪਹਿਲਾਂ ਤੋਂ ਹੀ ਮਨ ਦੇ ਅੰਦਰ ਇਸ ਪ੍ਰਕਾਰ ਵੀਰ ਰਸ ਆਇਆ ਹੀ ਹੁੰਦਾ। ਗੁਰਾਂ ਦੀ ਕਿਰਪਾ, ਜਿਹੀ ਜੀ ਸੇਵਾ ਲੈਣੀ ਹੁੰਦੀ ਹੈ ਉਹ ਜਿਹਾ ਮਨ ਬਣਾ ਦਿੰਦੇ ਮਹਾਰਾਜ। ਸੋ ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਰਹਿੰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਰੋਜ਼ ਦਰਸ਼ਨ ਕਰਕੇ, ਸੇਵਾ ਕਰਕੇ, ਉਧਰ ਭਾਂਡੇ ਮਾਂਜਣੇ, ਕਦੇ ਝਾੜੂ ਦੇਣਾ, ਨਾਲ ਨਾਲ ਸਾਰੀ ਸੇਵਾਵਾਂ ਚਾਅ ਨਾਲ ਭੱਜੇ ਫਿਰਨਾ, ਬਹੁਤ ਖੁਸ਼ੀਆਂ ਮਿਲਣੀਆਂ ਮਹਾਰਾਜ। ਦਿਨ ਰਾਤ ਵਾਹਿਗੁਰੂ ਦੀ ਯਾਦ ਵਿੱਚ ਆਨੰਦ 'ਚ ਰਹਿਣਾ, ਆਉਣ ਜਾਣ ਵਾਲੀਆਂ ਸੰਗਤਾਂ ਦੀ ਸੇਵਾ 'ਚ ਰੁੱਝੇ ਰਹਿਣਾ। ਕਦੇ ਲੰਗਰ ਦੀ ਸੇਵਾ, ਕਦੇ ਝਾੜੂ ਦੀ ਸੇਵਾ, ਕਿਸੇ ਹੋਰ ਸੇਵਾ ਵਿੱਚ ਲੱਗ ਜਾਂਦੇ, ਵਿਹਲੇ ਨਾ ਬਹਿਣਾ। ਕਦੇ ਗੁਰਬਾਣੀ ਦਾ ਪਾਠ ਕਰਨਾ, ਕਦੇ ਦੂਜਿਆਂ ਨੂੰ ਪਾਠ ਸੁਣਾਉਣਾ। ਕਈਆਂ ਨੂੰ ਕਹਿਣਾ ਮੇਰਾ ਪਾਠ ਸੁਣ ਲਓ ਭਾਈ, ਮੈਨੂੰ ਜਪਜੀ ਸਾਹਿਬ ਸਿਖਾ ਦਿਓ ਭਾਈ, ਮੈਂ ਠੀਕ ਪੜ੍ਹਦਾ ਜੀ, ਮੈਂ ਗੁਰਮੁਖੋ ਆ ਸੁਣੋ ਤਾਂ ਮੇਰੇ ਕੋਲੋਂ ਜੀ ਜਾਪ ਸਾਹਿਬ ਦਾ ਪਾਠ। ਏਦਾਂ ਇੱਕ ਦੂਜੇ ਗੁਰਮੁਖਾਂ ਨੂੰ ਸੁਣਾ ਕੇ ਨਾ ਪਾਠ ਆਪਣਾ ਖੁਦ ਵੀ ਕਰਵਾ ਲਈਦਾ। ਕਦੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਲੱਗ ਜਾਣਾ। ਬਾਬਾ ਜੀ ਨੇ ਆਪ ਵੱਡੀ ਉਮਰ ਦੇ ਸੀ ਨਾ, ਛੋਟੇ ਛੋਟੇ ਬੱਚਿਆਂ ਨੂੰ ਬਿਠਾ ਦੇਣਾ, ਤੁਸੀਂ ਊੜਾ ਐੜਾ ਸਿਹਾਰੀ ਬਿਹਾਰੀ ਅੰਕੁਰ ਲੈਂਕੜ ਦੇਖੋ, ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ। ਦੇਖੋ ਸੰਥਿਆ ਤਾਂ ਸ਼ੁਰੂ ਕਰਾਵੇ ਦਿੱਤੀ ਬਾਬਾ ਜੀ ਨੇ, ਤੇ ਅਰਥ ਸਮਝਾਉਂਦੇ ਸੀ। ਜਦੋਂ ਅਸੀਂ ਜਥੇ ਚੁੰਦੇ ਨਿੱਕੇ ਨਿੱਕੇ ਭਜੰਗੀਆਂ ਨੇ ਕਹਿਣਾ ਹਾਸੇ ਖੇਡੇ 'ਚ, ਕਿਉਂਕਿ ਸਾਰੇ ਬੜੇ ਪਿਆਰ ਨਾਲ ਹੱਸਦੇ ਹੀ ਰਹਿਣਾ। ਭਜੰਗੀਆਂ ਨੇ ਕਈ ਵਾਰ ਕਹਿਣਾ ਕਥਾ ਕਿੱਦਾਂ ਕਰੀਦੀ ਹੈ, ਸਾਨੂੰ ਤਾਂ ਪਤਾ ਨਹੀਂ ਲੱਗਦਾ। ਮੈਂ ਕਹਿਣਾ ਇੱਥੇ ਚੱਲ ਬੈਠ, 8-10 ਭਜੰਗੀ ਬਿਠਾ ਲੈਣੇ, ਚੱਲ ਪੜ੍ਹ ਪੰਗਤੀ ਪੜ੍ਹਨੀ। ਗੁਰ ਪੂਰਾ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਮੈਂ ਭਜੰਗੀਆਂ ਨੂੰ ਸਮਝਾਉਣਾ ਜਦੋਂ ਪੂਰਿਆਂ ਗੁਰਾਂ ਨੇ ਕਿਰਪਾ ਕੀਤੀ, ਮਹਾਰਾਜ ਦੀ ਕਿਰਪਾ ਨਾਲ ਸਾਡੀ ਜਿਹੜੀ ਲੋਚਾ ਸੀ ਇੱਛਾ ਪੂਰੀ ਹੋ ਗਈ। ਕਥਾ ਕਰਨੀ ਤਾਂ ਬਹੁਤ ਖੁਸ਼ ਹੋਣਾ ਨਿਆਣਿਆਂ ਨੇ, ਉਹਨੇ ਅਸੀਂ ਵੀ ਸਿੱਖਾਂਗੇ। ਹਾਂ ਤੁਸੀਂ ਵੀ ਸਿੱਖੋਗੇ। ਇਸ ਕਰਕੇ ਇਹ ਸੁਭਾਅ ਹੀ ਹੁੰਦਾ ਵੀ ਜਿੰਨਾ ਪੜ੍ਹਾ ਸਕੀਏ, ਜਿੰਨੀ ਸੰਥਿਆ ਕਰਾ ਸਕੀਏ, ਜਿੰਨਾ ਉਡਾੜਾ ਸਿਖਾ ਸਕੋ, ਦਸਵੇਂ ਪਾਤਸ਼ਾਹ ਨੇ ਕਿਹਾ ਉਨਾ ਹੀ ਪੁੰਨ ਲੱਗੂਗਾ ਤੁਹਾਨੂੰ। ਮਹਾਂਪੁਰਖਾਂ ਨੇ ਕਿਹਾ ਸੀ ਜਿਹੜੀ ਕਥਾ ਕਰਨੀ ਹੈ ਨਾ, ਕਥਾ ਤੇ ਦਸਵੇਂ ਪਾਤਸ਼ਾਹ ਪ੍ਰਚਾਰ ਕਰਨ ਤੇ ਬਹੁਤ ਖੁਸ਼ ਹੁੰਦੇ ਨੇ ਕਲਗੀਆਂ। ਕਦੇ ਸਰੀਰਕ ਕਸਰਤ ਕਰਦੇ ਬਾਬਾ ਜੀ, ਕਦੇ ਹੋਰ ਸਾਥੀਆਂ ਨਾਲ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਦੀ ਸਿਖਲਾਈ ਦਿੰਦੇ ਰਹਿੰਦੇ। ਕੁਛ ਹੁਣ ਗੁਰੂ ਸਾਹਿਬ ਦੀ ਨਿਗਾਹ 'ਚ ਰਹਿਣਾ, ਕਿਰਪਾ ਦ੍ਰਿਸ਼ਟੀ ਹੁੰਦੀ ਰਹਿਣੀ ਉੱਪਰ। ਸੋ ਬਾਬਾ ਦੀਪ ਸਿੰਘ ਜੀ ਸਡੌਲ ਸਰੀਰ ਦੇ ਨੌਜਵਾਨ ਤਾਂ ਬੜੇ ਪਹਿਲਾਂ ਸੀ, ਹੁਣ ਗੱਠਵਾਂ ਸਰੀਰ ਬਣਾ ਕੇ ਹੋਰ ਵੀ ਸੋਹਣਾ ਹੋ ਗਏ, ਕਿਉਂਕਿ ਬਹੁਤ ਮਿਹਨਤ ਕਰਨੀ। ਹੌਲੀ ਹੌਲੀ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਨੇੜਤਾ ਪ੍ਰਾਪਤ ਹੋਣ ਲੱਗ ਗਈ। ਮਹਾਰਾਜ ਵੀ ਜਾਣਦੇ ਨੇ ਕੌਣ ਹੈ, ਮੇਰਾ ਪਿਆਰਾ ਹੈ। ਹੌਲੀ ਹੌਲੀ ਪਿਆਰ ਹੋ ਜਾਂਦਾ, ਕੁਦਰਤੀ ਹੁੰਦਾ। ਆ ਜਾ ਭਾਈ ਦੀਪ ਸਿੰਘ, ਤੂੰ ਸਾਡੇ ਕੋਲ ਬੈਠਿਆ ਕਰ ਭਾਈ, ਤੂੰ ਸੇਵਾ ਹੀ ਕਰਦਾ ਨਾ, ਇੱਧਰ ਆ ਸਾਡੇ ਕੋਲ ਬੈਠ। ਨਾਲੇ ਹੌਲੀ ਹੌਲੀ ਨਿਗਾਹ ਕਰ ਦੇਣੀ, ਨਾਲੇ ਸੀਸ ਤੇ ਹੱਥ ਫੇਰ ਦੇਣਾ, ਕਦੇ ਕਦੇ ਥਾਪੜਾ ਦੇ ਦੇਣਾ। ਹੌਲੀ ਹੌਲੀ ਅਥਾਹ ਸ਼ਕਤੀ ਭਰਦੇ ਗਏ ਉਹਨਾਂ ਨੂੰ। ਚੰਗੇ ਗੁਣਾ ਕਰਕੇ
महाराज सच्चे पातशाह भी बड़े खुश सी भी ऐ सिंह है बई सेवा करदा तौलिया फिरदा बैठदा ही नहीं, सारा दिन बड़ी सेवा करदा। तो इस करके एक मन दे अंदर ही चाओ उत्साह उमाह हुंदा है, चाह हुंदा सवेरे उठण दा, सेवा करन दा। महाराज सच्चे पातशाह ने देखिया भी ये भाई दीप सिंह सिमरन च ही मगन रहंदे ने 24 घंटे, सिदक ते भरोसे वाला सिख है, निष्काम सेवक। गुरां ने देख लिया दिल दे विच कोई इच्छा नहीं है, गुरबाणी ते गुरमत दी चंगी सूझ रखदे, नाल संथਿਆ कराउंदे ने, आ हुणे ही उड़ा पढ़ाउंदे, नाले अर्थां दी बड़ी सूझ है, इन्हां नूं तां बड़ा किरपा है। हर किसी नूं बड़े प्रेम नाल ते निमरता नाल मिलदे ने। ਇਹ ਗੁਣ ਦੇਖ ਦੇਖ ਕੇ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਸਨਮੁਖੀ ਸਿੱਖਾਂ ਵਿੱਚ ਸ਼ਾਮਲ ਕਰ ਲਿਆ। ਸਨਮੁਖ ਰਹਿਣਾ, ਬਸ ਮੇਰੇ ਕੋਲ ਰਹਿਣਾ। ਸਨਮੁਖੀ ਹੁਣ ਕੌਣ ਹੁੰਦੇ ਨੇ? ਸਨਮੁਖੀ ਸਿੱਖ ਉਹ ਹੁੰਦੇ ਜੋ ਗੁਰੂ ਸਾਹਿਬ ਦੇ ਨੇੜੇ ਜਾਂ ਹਜ਼ੂਰੀ 'ਚ ਹੀ ਰਹਿੰਦੇ ਹੁੰਦੇ ਆ। ਸੋ ਇਸ ਕਰਕੇ ਉਹ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਹੀ ਰਹਿਣ ਲੱਗ ਪਏ। महाराज सच्चे पातशाह नूं कोई खास काम पैंदा ना तां हजूरी सिक्खां वांग बाबा जी नूं खास सेवा दित्ती जांदी सी। ये खास फिर नेड़ता हौली हौली मिलदी है। ये नहीं हुंदा कि पहले दिन ही नेड़े ला लैंदे ने, पहलां देख देख के चंगे चंगे गुण फिर हौली हौली नेड़े ला लेना। पहला असीं बड़े खुश होना, आ महापुरखां जा गुरमुख सिंह गढ़वई ने कहना अजा महापुरखां दा परना धो लिया, आ तूं आ बाटा मांज लिया। ਅਸੀਂ ਇੰਨੇ 'ਚ ਬੜੇ ਖੁਸ਼ ਰਹੇ। ਮੈਂ ਅੱਜ ਮਹਾਂਪੁਰਖਾਂ ਦਾ ਪਰਨਾ ਧੋ ਕੇ ਲਿਆ, ਅੱਜ ਮੈਂ ਬਾਟਾ। ਫਿਰ ਹੌਲੀ ਹੌਲੀ ਜਾ ਉੱਥੋਂ ਪ੍ਰਸ਼ਾਦਾ ਲੈ ਕੇ ਆ। ਇੰਨੇ 'ਚ ਬੜੇ ਖੁਸ਼ ਹੁੰਦੇ ਸੀ ਵੀ ਅੱਜ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਸਮਾਂ ਲੱਗਿਆ ਸਾਨੂੰ। ਜੇ ਕਿਸੇ ਨੂੰ ਪਾਠ ਕਰਨ ਨਾਲ ਬਿਠਾ ਲੈਣ ਤਾਂ ਬਹੁਤ ਚਾਅ ਚੜ੍ਹਦਾ, ਨਹੀਂ ਮੈਨੂੰ ਆਹ ਸੇਵਾ ਮਿਲੀ ਹੈ, ਉਹ ਤੂੰ ਰਾਤ ਨੂੰ ਪਹਿਰੇ ਤੇ ਖੜਿਆ ਕਰ, ਮੇਰੇ ਕੋਲ ਤੂੰ ਪੱਖਾ ਕਰਿਆ ਕਰ ਓਏ ਸਤਿਵਚਨ ਜੀ। ਤੇ ਇਹਨੇ ਨਾਲ ਸਿੰਘ ਬੜੇ ਖੁਸ਼ ਰਹਿੰਦੇ ਵੀ ਮੈਨੂੰ ਮਹਾਂਪੁਰਖਾਂ ਦੀ ਸੇਵਾ ਮਿਲੀ ਆ। ਇਸ ਤਰ੍ਹਾਂ ਵੀ ਮੈਂ ਜਾਂ ਉਹੀ ਅੰਦਾਜ਼ਾ ਲਾਉਂਦਾ ਨਾ ਵੀ ਮਹਾਰਾਜ ਵੇਲੇ ਵੀ ਕਿੰਨਾ ਅਸੀਂ ਵੀ ਕਦੇ ਕਦੇ ਸੋਚਦੇ ਮਹਾਰਾਜ ਵੇਲੇ ਵੀ ਹੁੰਦੇ, ਉਦੋਂ ਉਹਨਾਂ ਦੀ ਸੇਵਾ ਕਰਦੇ ਸੱਚੇ ਪਾਤਸ਼ਾਹ ਦੀ। ਤੋਂ ਹਜ਼ੂਰੀ 'ਚ ਰਹਿਣ ਲੱਗ ਪਏ। ਖਾਸ ਕੰਮ ਹੁੰਦਾ ਤਾਂ ਬਾਬਾ ਜੀ ਨੂੰ ਭੇਜਣਾ, ਖਾਸ ਸੇਵਾ ਦੇਣ ਲੱਗ ਪਏ। ਜਦ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਉਦੋਂ ਬਾਬਾ ਜੀ ਵੀ ਨਾਲ ਜਾਂਦੇ ਹੁੰਦੇ ਸੀ। ਮਹਾਰਾਜ ਵੱਲੋਂ ਬਾਬਾ ਦੀਪ ਸਿੰਘ ਨੂੰ ਹਰ ਤਰ੍ਹਾਂ ਦੀ ਵਡਿਆਈ ਮਿਲਦੀ ਰਹੀ। ਬਾਬਾ ਜੀ ਨੇ ਗੁਰੂ ਸੇਵਾ ਦੇ ਨਾਲ ਨਾਲ ਸੰਗਤਾਂ ਦੀ ਸੇਵਾ ਵੀ ਕਰਨੀ। ਸੋ ਉਹਨਾਂ ਦਾ ਸਿਦਕ ਤੇ ਪ੍ਰੇਮ ਦੇਖ ਕੇ ਸੰਗਤਾਂ ਵਿੱਚ ਵੀ ਸਤਿਕਾਰ ਵੱਧ ਗਿਆ। ਉਹਨਾਂ ਦੇ ਸਾਥੀ ਉਹਨਾਂ ਦੀ ਬਹੁਤ ਇੱਜ਼ਤ ਕਰਨ ਲੱਗ ਪਏ। ਸਾਰੀ ਸੰਗਤ ਭਾਈ ਦੀਪ ਸਿੰਘ ਕਰਨ ਲੱਗ ਪਈ। ਸਾਰੇ ਪਾਸੇ ਸਤਿਕਾਰ ਨਾਲ ਹੁਣ ਹੌਲੀ ਹੌਲੀ ਭਾਈ ਦੀਪ ਸਿੰਘ ਜਾਂ ਭਾਈ ਜੀ ਕਹਿ ਕੇ ਬੁਲਾਉਂਦੇ, ਭਾਈ ਸਾਹਿਬ ਸਾਰੇ ਬੜਾ ਸਤਿਕਾਰ ਦੇਣ ਲੱਗ ਪਏ। ਉਹਨਾਂ ਦਾ ਮਾਣ ਤੇ ਇੱਜ਼ਤ ਦਿਨੋਂ ਦਿਨ ਵਧਣ ਲੱਗਿਆ। ਉਹ ਜੋ ਵੀ ਬਚਨ ਕਹਿੰਦੇ ਗੁਰੂ ਸਾਹਿਬ ਦੇ ਸਿੱਖ ਖੁਸ਼ੀ ਨਾਲ ਮੰਨ ਲੈਂਦੇ। ਸਾਰੇ ਸਿੰਘ ਉਹਨਾਂ ਨੂੰ ਹੌਲੀ ਹੌਲੀ ਮੰਨਣ ਲੱਗ ਪਏ ਵੀ ਇਹ ਸਿੰਘ ਚੜ੍ਹਦੀ ਕਲਾ ਵਾਲੇ ਆ। ਇਉਂ ਬਾਬਾ ਜੀ ਆਨੰਦਪੁਰ ਸਾਹਿਬ ਦੀ ਸੰਗਤ ਦਾ ਇੱਕ ਸ਼੍ਰੋਮਣੀ ਸਿੱਖ ਬਣ ਗਏ। ਲੋਕਾਂ ਵੱਲੋਂ ਇੰਨੇ ਮਾਣ ਦੇ ਬਾਵਜੂਦ ਬਾਬਾ ਜੀ ਬਹੁਤ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਂਦੇ ਸੀ। ਇਹ ਨਹੀਂ ਕਿ ਹੁਣ ਮੈਨੂੰ ਸੰਗਤ ਵੱਡਾ ਕਹਿਣ ਲੱਗ ਪਈ, ਮੈਂ ਵੱਡਾ ਬਣ ਗਿਆ। ਹਰ ਇੱਕ ਨੂੰ ਆਪਣੀ ਮਿੱਠੀ ਜ਼ੁਬਾਨ ਨਾਲ ਮੋਹ ਲੈਣਾ। ਬਾਬਾ ਜੀ ਸੋ ਉਸ ਵਕਤ ਬਾਬਾ ਦੀਪ ਸਿੰਘ ਨੂੰ ਆਨੰਦਪੁਰ ਸਾਹਿਬ 'ਚ ਰਹਿੰਦੇ ਆ ਕੁਝ ਸਮਾਂ ਬਤੀਤ ਹੋਇਆ। ਪਿੰਡ ਪਿੰਡ ਤੋਂ ਉਹਨਾਂ ਦੇ ਮਾਤਾ ਪਿਤਾ ਕੁਝ ਸੰਬੰਧੀ ਮਹਾਰਾਜ ਦਰਸ਼ਨਾਂ ਲਈ ਆਏ। ਸੋ ਉਸ ਵਕਤ ਉਹ ਬਾਬਾ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਹਨਾਂ ਦਾ ਉੱਚਾ ਲੰਬਾ ਕੱਦ ਕਾਠ ਸੋਹਣੀ ਡੀਲ ਡੌਲ ਦੇਖ ਕੇ ਜਦੋਂ ਪਾਇਆ ਨੀਲਾ ਬਾਣਾ ਸ਼ਸਤਰ ਸਜਾਏ ਹੋਏ, ਸੋਹਣੇ ਦਸਤਾਰੇ ਸਜਾਏ ਹੋਏ, ਚੰਦ ਤੋੜਾ ਲਾਇਆ, ਕਿੰਨੇ ਸੋਹਣੇ ਲੱਗਦੇ ਹੋਣਗੇ। ਲਾਲ ਚਿਹਰਾ ਤੇ ਛੋਟਾ ਛੋਟਾ ਕਾਲਾ ਦਾੜਾ ਬਾਬਾ ਜੀ ਦਾ ਦੇਖ ਕੇ ਬੜੇ ਮਾਪੇ ਖੁਸ਼ ਹੋਏ। ਸਾਡਾ ਪੁੱਤ, ਮਾਂ ਬਾਪ ਵੀ ਰੱਬ ਨੇ ਉਹੋ ਜਿਹੇ ਦਿੱਤੇ। ਬਾਬਾ ਦੀਪ ਸਿੰਘ ਨੇ ਦੋਹਰੀ ਦਸਤਾਰ ਸਜਾਈ ਹੋਣੀ ਦਮਾਲਾ ਪਿੰਡ ਤੇ। ਸੋ ਉਸ ਵਕਤ ਪਿਛਲੇ ਪਾਸੇ ਪਿੱਠ ਤੇ ਢਾਲ ਤੇ ਕਮਰ ਤੇ ਸੋਹਣਾ ਗਾਤਰਾ ਸਜਾਇਆ। ਸ੍ਰੀ ਸਾਹਿਬ ਵੱਡੀ ਕਟਾਰ ਨਾਲ ਸ਼ਸਤਰਾਂ ਦੇ ਬਹੁਤੇ ਸ਼ੌਕੀਨ ਸੀ। ਸਵਾ ਮਣ ਕੱਚੇ ਦਾ ਤਾਂ ਬਾਬਾ ਜੀ ਦਾ ਇਸ ਪ੍ਰਕਾਰ ਦੱਸਦੇ ਸਾਰਾ ਜਿੰਨਾ ਵੀ ਕਮਰ ਕਸਾ ਸੀ ਸਾਰਾ ਇੰਨਾ ਸੀ। ਤੇ ਉਹਨਾਂ ਦੇ ਕਰ ਕਮਲਾਂ 'ਚ ਤੀਰ ਕਮਾਨ ਸੀ। ਉਹ ਨੱਚਦੇ ਟੱਪਦੇ ਆਏ ਤੇ ਬੜੇ ਜਸ਼ੀਲੇ ਸੀ। ਮਾਪਿਆਂ ਨੂੰ ਸੀਸ ਝੁਕਾ ਕੇ ਫਤਿਹ ਬੁਲਾਈ ਆ ਕੇ ਪਿੰਡ ਦਿਆਂ ਦਾ ਹਾਲ ਪੁੱਛਿਆ।
उस वक्त बाबा दीप सिंह ने कुछ फौजी करतब करके दिखाए। घोड़सवारी देखो पिता जी, मैं घोड़ा हुण बहुत तेज भजाउणा। जो घोड़ा दरा तो जिवें हवा नाल गल्लां कर, तीर अंदाजी, तलवार सिरी साह चलाउणी, गतके बाजी, नेजा सुट्टण, सारे करतब देख के माता पिता पिंड वाले बहुत खुश। और बल्ले भाई भगत सिंह तेरा भाई भजंगी सिंह तो देखो महाराज की कितनी सेवा करता, कितना चुस्त फुर्त है, कितनी चेहरे ते लाली है। धन बाबा दीप सिंह जी। पिंड दे जो संबंधी आए सन हैरान होए जान कि साडे पिंड दा ये जिन्हों असीं दीपा कहने हुण बाबा दीप सिंह दे रूप च किड्डे सोहणे लगदे ने। असीं तां भाई फिर माफियां मंगदे, बाबा जी हुण सानूं माफ कर दिओ, सानूं की पता सी तुसीं इन्ने महान पुरख हो। इस करके वो कितने बहादुर हो गए, सारे तारीफ कर लग पे। भाई भगत सिंह ने परिवार समेत पहला वांग कोई देर उत्थे डेरा कीता, सेवा कीती, लंगर पकाउण दी सेवा, भांडे मांजण दी ते पानी ढोण दी, जल ढोण दी सारी सेवा कीती। लंगर लई जंगल चों ਲੱਕੜਾਂ ਲਿਆਉਣ ਦੀ ਸੇਵਾ ਵਿੱਚ ਜੁਟੇ ਰਹੇ। ਬਾਬਾ ਦੀਪ ਸਿੰਘ ਅਤੇ ਕਦੇ ਸੰਗਤਾਂ ਦੀ ਸੇਵਾ ਕਰਦੇ, ਕਦੇ ਪਿੰਡੋਂ ਆਏ ਸੰਬੰਧੀਆਂ ਦੀ ਦੇਖਭਾਲ ਕਰਦੇ। ਇੱਕ ਮਹੀਨਾ ਭਾਈ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਸਾਰੇ ਪਿੰਡ ਵਾਲੇ ਉੱਥੇ ਰਹੇ। ਜਦੋਂ ਵਾਪਸ ਜਾਣ ਲਈ ਤਿਆਰ ਹੋਏ ਤਾਂ ਮਹਾਰਾਜ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਆਗਿਆ ਹੋਵੇ ਤਾਂ ਅਸੀਂ ਆਪਣੇ ਪੁੱਤਰ ਨੂੰ ਨਾਲ ਲੈ ਜੀ। ਦਸ਼ਮੇਸ਼ ਪਿਤਾ ਜੀ ਨੇ ਬਾਬਾ ਦੀਪ ਸਿੰਘ ਜੀ ਵੱਲ ਬੜੀ ਮਿਹਰ ਨਾਲ ਨਜ਼ਰ ਨਾਲ ਤੱਕਿਆ। ਉਹਨਾਂ ਨੇ ਉਹ ਬਾਬਾ ਜੀ ਨੂੰ ਪੁੱਛਿਆ, ਕਿਉਂ ਭਾਈ ਦੀਪ ਸਿੰਘ ਤੂੰ ਮਾਤਾ ਪਿਤਾ ਨਾਲ ਘਰ ਜਾਣਾ ਕਿ ਇੱਥੇ ਰਹਿਣਾ? ਦੇਖੋ ਇਹ ਗੱਲ ਦੇ ਵਿੱਚ ਵੀ ਇੱਕ ਰਮਜ ਹੈ, ਰਮਜ ਅੰਦਰੋਂ ਆਪ ਵੀ ਨਹੀਂ ਚਾਹੁੰਦੇ ਹੈਗੇ ਭੇਜਣਾ, ਕਿਉਂਕਿ ਇਹ ਕੁਦਰਤੀ ਮਹਾਂਪੁਰਖਾਂ ਦਾ ਰਹਿ ਕੇ ਕਈ ਚੀਜ਼ਾਂ ਦੀ ਰਮਜ ਇਉਂ ਸਮਝ ਲੱਗ ਜਾਂਦੀ ਹੈ। ਆਹ ਜਿਹੜੀ ਗੱਲ ਕਿ ਜਾਣਾ ਚਾਹੁੰਦਾ ਕਿ ਰਹਿਣਾ ਚਾਹੁੰਦਾ, ਮਤਲਬ ਕਿ ਆਪ ਦਾ ਵੀ ਜੀ ਨਹੀਂ ਕਰਦਾ ਭੇਜਣ। ਬਾਬਾ ਦੀਪ ਸਿੰਘ ਨੇ ਕਿਹਾ ਜਿਵੇਂ ਆਪ ਦੀ ਆਗਿਆ ਹੋਵੇ। ਉਹ ਆਗਿਆਕਾਰੀ ਸਿੱਖ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਭੇਟ ਤੇ ਆਪਣਾ ਦਿੱਤਾ। ਉਹਨਾਂ ਖੁਸ਼ੀ ਨਾਲ ਬਾਬਾ ਜੀ ਨੂੰ ਮਾਪਿਆਂ ਨਾਲ ਜਾਣ ਦੀ ਆਗਿਆ ਦਿੱਤੀ, ਕਿਉਂਕਿ ਮਾਂ-ਬਾਪ ਵੀ ਗੁਰਸਿੱਖ ਨੇ, ਅੰਮ੍ਰਿਤਧਾਰੀ ਸਾਰਾ ਪਿੰਡ। ਮਹਾਰਾਜ ਨੂੰ ਇਹ ਪਤਾ ਸੀ ਜੇ ਪਿੰਡ ਜਾਣਗੇ ਤਾਂ ਉੱਥੇ ਹੀ ਸੰਥਿਆ ਕਰਾਉਣਗੇ, ਕਿਸੇ ਨੂੰ ਕਥਾ ਸਿਖਾਉਣਗੇ, ਕੋਈ ਪ੍ਰਚਾਰ ਕਰਨਗੇ, ਕੋਈ ਪਿੰਡ ਵਾਲਿਆਂ ਨੂੰ ਅੰਮ੍ਰਿਤ ਵੀ ਸਿਖਾਉਣਗੇ। ਗੁਰਸਿੱਖ ਤਾਂ ਥਾਂ ਤੇ ਜਾ ਕੇ ਪ੍ਰਚਾਰ ਕਰਦੇ ਚੰਗੇ ਲੱਗਦੇ। ਬਾਬਾ ਦੀਪ ਸਿੰਘ ਦੇ ਮਾਪਿਆਂ ਤੇ ਸਾਕ ਸੰਬੰਧੀਆਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਫਿਰ ਬਾਬਾ ਦੀਪ ਸਿੰਘ ਆਪ ਅੱਗੇ ਹੋ ਕੇ ਗੁਰੂ ਦੇ ਚਰਨਾਂ 'ਚ ਲਿਪਟ ਗਏ, ਨੇਤਰਾਂ 'ਚ ਜਲ ਭਰ। ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਦੀਪ ਸਿੰਘ ਨੇ ਮਹਾਰਾਜ ਨੂੰ ਵਚਨ ਕੀਤਾ ਕਿ ਸਤਿਗੁਰੂ ਮਿਹਰ ਦੀ ਨਿਗਾਹ ਰੱਖਣੀ। ਮਹਾਰਾਜ ਨੇ ਉਹਨਾਂ ਨੂੰ ਦੋਹਾਂ ਬਾਹਾਂ ਤੋਂ ਫੜ ਕੇ ਉੱਪਰ ਉਠਾਇਆ। ਮਹਾਰਾਜ ਨੇ ਦੇਖੋ ਬਾਬਾ ਜੀ ਨੂੰ ਗਲ ਨਾਲ ਲਾ ਲਿਆ, ਬਈ ਤੂੰ ਤਾਂ ਸਾਡਾ ਲਾਡਲਾ ਪੁੱਤ ਆ, ਮਾਤਾ ਸਾਹਿਬ ਕੌਰ ਦਾ ਲਾਡਲਾ, ਸਾਡਾ ਲਾਡਲਾ ਤੂੰ। ਸੀਨੇ ਨਾਲ ਲਾ ਤੇ ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ, ਭਾਈ ਦੀਪ ਸਿੰਘ ਜੀ ਦੇਖੋ ਦਸਵੇਂ ਪਾਤਸ਼ਾਹ ਵੱਲ ਦੇਖੋ ਕੀ ਕਹਿੰਦੇ ਨੇ। ਹੋਰ ਕੁਛ ਨਹੀਂ ਕਿਹਾ। ਕੀ ਵਚਨ ਕੀਤਾ ਬਾਬਾ ਦੀਪ ਸਿੰਘ ਨੂੰ? ਘਰ ਜਾਣ ਲੱਗੇ ਨਿਤਨੇਮ ਦਾ ਨਾਗਾ ਨਹੀਂ ਕਰਨਾ, ਇਹ ਧਿਆਨ ਰੱਖਣਾ ਚੰਗਾ। 5 ਬਾਣੀਆਂ ਆਪਣੇ ਟਾਈਮ ਸਿਰ ਪੜ੍ਹਨੀਆਂ, ਅੰਮ੍ਰਿਤ ਵੇਲਾ ਨਹੀਂ ਛੱਡਣਾ। ਰਹਿ ਰਾਤ ਸਮੇਂ ਸਿਰ ਪੜ੍ਹਿਓ, ਸਵੇਲਾ ਪੜ੍ਹ ਕੇ ਸੌਣਾ ਰਾਤ ਨੂੰ। ਜਿਹਨੇ ਗੁਰੂ ਜਪਣਾ, ਮੂਲ ਮੰਤਰ ਸੁਖਮਨੀ ਸਾਹਿਬ ਸਾਰਾ ਪਾਠ ਕਰਨਾ ਹੈ ਧਿਆਨ ਨਾਲ। 5 ਗ੍ਰੰਥੀ ਵੀ ਕਰਨੀ ਹੈ। ਆਪਣਾ ਜਿੰਨੀ ਬਾਣੀ ਰਹਿ ਚ ਪੱਕੇ ਰਹਿਣਾ, ਢਿਲਾਈ ਨਹੀਂ ਪਾਉਣੀ ਹੈ। ਸਿੱਖੀ ਸਿਰ ਤੇ ਭਰੋਸਾ ਰੱਖਣਾ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਮਾਪਿਆਂ ਨਾਲ ਆਪਣੇ ਪਿੰਡ ਵਾਪਸ ਜਾਣ ਦੀ ਆਗਿਆ ਦਿੱਤੀ। ਇਹ ਦੇਖ ਲਓ, ਇਹ ਕਿੰਨਾ ਜ਼ਰੂਰੀ ਕਿਹਾ ਕਿ ਨਿਤਨੇਮ ਜ਼ਰੂਰ ਕਰਨਾ। ਇਹ ਨਾ ਉਦੋਂ ਜਾ ਕੇ ਪਿੰਡ ਹੁਣ ਤੁਸੀਂ 5 ਬਾਣੀਆਂ ਛੱਡ ਦਿਓ, ਨਿਤਨੇਮ ਕਰਨਾ ਸਾਰਾ ਛੱਡ ਦਿਓ। ਆਪਾਂ ਨੂੰ ਵੀ ਇਹ ਪੱਕੀ ਹਦਾਇਤ ਹੈ ਸਾਰਿਆਂ ਨੂੰ। ਕਈ ਸਿੰਘ ਢਿਲਾਈਆਂ ਜਿਹੀਆਂ ਕਰਦੇ ਨਿਤਨੇਮ 'ਚ, ਕਈ ਗੱਲਾਂ ਤਾਂ ਬਹੁਤ ਮਾਰਦੇ ਆ। ਮੈਂ ਜਾਣ ਕੇ ਨਹੀਂ ਪੁੱਛਦਾ ਉਹਨਾਂ ਨੂੰ ਵੀ ਤੂੰ 5 ਬਾਣੀਆਂ ਪੜ੍ਹਦਾ ਕਿ ਨਹੀਂ, ਪਤਾ ਤਾਂ ਹੈਗਾ ਵੀ ਪੜ੍ਹਦਾ ਤਾਂ ਹੈ ਨਹੀਂ। ਇਸ ਕਰਕੇ ਸਿੰਘ ਸਾਰੇ ਧਿਆਨ ਦਿਓ, ਜਿੱਥੇ ਵੀ ਕੋਈ ਅੰਮ੍ਰਿਤਧਾਰੀ ਸੁਣਦੇ ਆ 5 ਬਾਣੀਆਂ 'ਚ ਢਿਲਾਈ ਨਾ ਪਾਇਆ ਕਰੋ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਿਦਾ ਹੋ ਕੇ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਨਾਲ ਪਹੂ ਪਿੰਡ ਆ ਗਏ। ਇੱਥੇ ਆਪਣੇ ਪਰਿਵਾਰ ਵਿੱਚ ਰਹਿ ਕੇ ਰੋਜ਼ ਆਪਣੇ ਪਿਤਾ ਦੇ ਖੇਤਾਂ ਵਿੱਚ ਫਿਰ ਉਹ
ਫੇਰ ਹਲ ਵਾਹੁਣ ਲੱਗ ਪਏ ਆ ਕੇ, ਕਿਉਂਕਿ ਹੁਣ ਘਰ ਦਾ ਕੰਮ ਵੀ ਤਾਂ ਨਾਲ ਨਾਲ ਕਰਨਾ ਸੀਗਾ। ਇਲਾਕੇ 'ਚ ਫਿਰ ਤੁਰ ਕੇ ਨੇਕਾਂ ਦਾ ਕੰਮ ਸਵਾਰਦੇ, ਵਾਹਿਗੁਰੂ ਦਾ ਸਿਮਰਨ ਕਰਦੇ ਅਤੇ ਹੋਰਨਾਂ ਨੂੰ ਭਲੇ ਪਾਸੇ ਲਾਉਂਦੇ। ਸਿੰਘ ਦਾ ਜੀਵਨ ਹੀ ਪ੍ਰਚਾਰ ਹੈ, ਸਿੰਘ ਦਾ ਬਾਣਾ ਪਾਇਆ ਹੋਇਆ ਹੀ ਪ੍ਰਚਾਰ ਹੈ। ਆ ਜਿਹੜੇ ਅੱਜ ਕੱਲ ਰਾਗੀ ਜਿੱਥੇ ਆਉਂਦੇ ਨੇ, ਮੈਂ ਸਾਰੀਆਂ ਕਮੇਟੀਆਂ ਨੂੰ ਵੀ ਬੇਨਤੀ ਕਰਦਾ ਹੁੰਦਾ, ਹੁਣ ਵੀ ਕਰਦਾ, ਸੰਗਤਾਂ ਨੂੰ ਵੀ ਕਰਦਾ, ਇਹ ਨਾ ਹੌਲੀ 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 ਬੜੇ ਚਲਾਕੀਆਂ ਜੇ ਮਾਰ ਕੇ ਕਿਰਪਾਨ ਸਾਰੇ ਨੂੰ ਥੱਲੀ ਨੂੰ ਪਾਉਣ ਲੱਗ ਪਏ ਤੇ ਹੌਲੀ ਹੌਲੀ ਇਹ ਗਲ ਵਾਲਾ ਪਰਨਾ ਵੀ ਛੱਡਤਾ। ਇਹ ਕਢਾਈਆਂ ਜੇ ਕਰਾ ਕੇ ਨਾ ਕੁੜਤਿਆਂ ਤੇ, ਜਿੱਦਾਂ ਕਲਾਕਾਰ ਹੁੰਦੇ ਨੇ ਗਾਉਣ ਵਾਲੇ, ਏਦਾਂ ਦੇ ਬਣ ਕੇ ਰਾਗੀ। ਜੇ ਗਾਤਰਾ ਪਾ ਲਓਗੇ ਉੱਪਰ ਦੀ, ਸੰਗਤ ਤੇ ਪ੍ਰਭਾਵ ਪਊਗਾ ਚੰਗਾ, ਸੰਗਤ ਪਾਊਗੀ, ਨਿੱਕੇ ਨਿਆਣੇ ਦੇਖਣਗੇ। ਪੋਸਟਰ ਹੈ, ਸਿੰਘ ਤੁਰਿਆ ਫਿਰਦਾ ਹੀ ਪੋਸਟਰ ਹੁੰਦਾ। ਜੀਵਨ ਉਹਦਾ ਬਾਣਾ, ਉਹਦੀ ਸਾਰੀ ਹਰਕਤ ਨੂੰ ਦੇਖ ਕੇ ਹੋਰ ਸਾਰੇ ਵੀ ਉਸ ਪਾਸੇ ਲੱਗਦੇ ਨੇ। ਜੇ ਪ੍ਰਚਾਰਕ ਹੀ ਢਿੱਲੇ ਪੈ ਗਏ ਤਾਂ ਸਾਰੀ ਦੁਨੀਆ ਹੀ ਮਾਨੋ ਢਿੱਲੀ ਪਈ। ਪ੍ਰਚਾਰਕ ਦੀ ਤਾਂ ਇੱਕ ਗੱਲ ਨੂੰ ਲੋਕ ਕਿਉਂ ਭੱਜ ਕੇ ਫੜਦੇ ਨੇ, ਜਿਵੇਂ ਚਿੱਟੇ ਚਾਦਰ ਦੇ ਉੱਤੇ ਕਾਲਾ ਦਾਗ ਫਟ ਦਿਖ ਜਾਂਦਾ। ਇਸ ਕਰਕੇ ਫਿਰ ਬਾਬਾ ਜੀ ਸਾਰਿਆਂ ਲੋਕਾਂ ਨੂੰ ਗੁਰਮਤਿ ਦੀ ਗੌਰਵਤਾ ਦੱਸਦੇ, ਪ੍ਰਚਾਰ ਕਰਦੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਰਹਿ ਕੇ ਜੋ ਕੁਝ ਦੇਖਿਆ ਸਿੱਖਿਆ ਉਹਨਾਂ ਨੂੰ ਵਰਣਨ ਕਰਦੇ। ਇਹਨੂੰ ਆਪਾਂ ਕਹਿੰਦੇ ਲਾਈਵ ਦੇਖਣਾ ਸੀ ਸਾਰਾ ਕੁਝ। ਕਹਿੰਦੇ ਜੀ ਸਿੱਧਾ ਪ੍ਰੋਗਰਾਮ ਆ ਰਿਹਾ, ਬਾਬਾ ਜੀ ਸਾਹਿਬ 10ਵੇਂ ਪਾਤਸ਼ਾਹ ਕੋਲ ਰਹਿ ਕੇ ਸਾਰਾ ਕੁਝ ਦੇਖ ਕੇ ਜਦੋਂ ਅੱਖੀਂ ਡਿੱਠਾ ਹਾਲ ਵੀ ਅਨੰਦਪੁਰ ਸਾਹਿਬ ਦਾ ਸੁਣਾਇਆ, ਉਹ ਬੜੇ ਲੋਕੀ ਤਿਆਰ ਹੋ ਗਏ, ਭਈ ਅਸੀਂ ਵੀ ਜਾਣਾ, ਅਸੀਂ ਵੀ ਦਰਸ਼ਨ ਕਰਨੇ, ਅਸੀਂ ਵੀ ਅੰਮ੍ਰਿਤ ਛਕਣਾ। ਸਾਰੀ ਸੰਗਤ ਦੇਖੋ ਹੌਲੀ ਹੌਲੀ ਇੱਕ ਬਾਬਾ ਜੀ ਦਾ ਆਪਣਾ ਭਜਨ ਬੰਦਗੀ ਦਾ ਪ੍ਰਤਾਪ, ਪਿਛਲੇ ਜਨਮਾਂ ਦੀ ਕਮਾਈ, ਜਿੱਧਰੋਂ ਲੰਘ ਜਾਣਾ ਲੋਕਾਂ ਨੇ ਖੜੇ ਦੇਖਦੇ ਹੀ ਰਹਿਣਾ। ਉਹ ਬਾਬਾ ਦੀਪ ਸਿੰਘ, ਉਹ ਬਾਬਾ ਮਾਂ ਮੈਂ ਵੀ ਅੰਮ੍ਰਿਤ ਛਕਣਾ। ਲੋਕਾਂ ਨਿਆਣਿਆਂ ਨੇ ਕਹਿਣਾ ਮਾਂ ਮੈਂ ਵੀ ਚੋਲਾ ਪਾਉਣਾ, ਮੈਂ ਵੀ ਗਾਤਰਾ ਪਾਉਣਾ, ਮੈਂ ਵੀ ਘੋੜੇ ਦੀ ਸਵਾਰੀ ਕਰਨੀ ਹੈ, ਮੈਂ ਵੀ ਬਰਛਾ ਚਲਾਉਣਾ। ਬਾਬਾ ਦਾ ਜੀਵਨ ਦੇਖ ਕੇ ਉਤਸ਼ਾਹਤ ਹੋ ਜਾਂਦੇ ਸੀ। ਬਾਬਾ ਜੀ ਸਾਰਿਆਂ ਨੂੰ ਸਤਿਗੁਰਾਂ ਦੇ ਚਰਨੀ ਲੱਗਣ ਲਈ ਪ੍ਰੇਰਦੇ। ਗੁਰੂ ਘਰ ਦੇ ਕਈ ਸ਼ਰਧਾਲੂ ਬਾਬਾ ਦੀਪ ਸਿੰਘ ਨੂੰ ਮਿਲਣ ਆਉਂਦੇ। ਉਹ ਗੁਰੂ ਮਹਾਰਾਜ ਦੀਆਂ ਸਾਖੀਆਂ ਤੇ ਸਿੱਖਿਆ ਸੁਣ ਕੇ ਪ੍ਰਸੰਨ ਹੋ ਕੇ ਮੁੜਦੇ, ਨਾਲੇ ਚਾਅ ਚੜ ਜਾਂਦਾ ਤੇ ਉੱਥੋਂ ਆਏ ਨੇ ਬਾਬਾ ਜੀ 10ਵੇਂ ਪਾਤਸ਼ਾਹ ਤੋਂ। ਇਲਾਕੇ ਦੇ ਲੋਕਾਂ ਨੇ ਦਰਸ਼ਨ ਕਰਨ ਆਉਣੇ ਤੇ ਉੱਥੋਂ ਆਏ ਨੇ, ਇਸ ਕਰਕੇ ਬੜਾ ਚਾਅ ਹੁੰਦਾ ਸੀ ਸਾਰਿਆਂ ਨੂੰ। ਕਿਉਂ ਬਾਬਾ ਜੀ ਨੇ ਆਪਣੀ ਜਵਾਨੀ ਦੀ ਉਮਰ ਵਿੱਚ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਭਾਈ ਸੁੱਚੀ ਕਿਰਤ ਕਰਨੀ, ਮਿੱਠੇ ਬੋਲ ਬੋਲਣੇ, ਸਿੱਖੀ ਸਿਦਕ ਤੇ ਲੋਕ ਸੇਵਾ ਉਹਨਾਂ ਦੇ ਗੁਣ ਸੀ। ਬੜਾ ਕਮਾਲ ਦਾ ਜੀਵਨ, ਜਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਸਾਰੇ ਸ਼ੁਭ ਗੁਣਾਂ ਦੇ ਖਜ਼ਾਨੇ। ਧੰਨ ਬਾਬਾ ਦੀਪ ਸਿੰਘ ਜੀ ਐਵੇਂ ਨਹੀਂ ਟਕਸਾਲ ਦੀ ਸੇਵਾ ਸੌਂਪੀ ਹੈ ਜੇ ਮਹਾਂਪੁਰਖਾਂ ਨੂੰ। ਇਸ ਕਰਕੇ ਧੰਨ ਬਾਬਾ ਭਾਈ ਮਨੀ ਸਿੰਘ ਜੀ ਐਵੇਂ ਨਹੀਂ ਸੇਵਾ ਸੌਂਪੀ, ਮਹਾਨ ਹਸਤੀਆਂ ਨੂੰ 48 ਸਿੰਘਾਂ ਦੇ ਵਿੱਚੋਂ ਕੱਢ ਲਿਆ ਵੱਖਰੇ, ਦੋਨਾਂ ਨੇ ਸੇਵਾ ਕਰਨੀ, ਸਾਥਿਆ ਕਰਾਉਣੀ ਹੈ, ਕਥਾ ਸਿਖਾਉਣੀ ਹੈ। ਤੁਸੀਂ ਅੱਗੇ ਸਾਰਿਆਂ ਸਿੰਘਾਂ ਨੂੰ ਪੰਥ ਦੇ ਵਿੱਚ ਭਾਈ ਸੇਵਾ ਕਰਨੀ ਹੈ। ਤੁਸੀਂ ਕਿੱਧਰ ਚੱਲੇ ਹੋ? ਥੋੜੇ ਸਮੇਂ ਵਿੱਚ ਹੀ ਬਾਬਾ ਦੀਪ ਸਿੰਘ ਜੀ ਇਲਾਕੇ 'ਚ ਬਹੁਤ ਹਰਮਨ ਪਿਆਰੇ ਹੋ ਗਏ। ਹੌਲੀ ਹੌਲੀ ਉਹਨਾਂ ਦੇ ਸੱਚੇ ਤੇ ਉੱਚੇ ਗੁਣਾਂ ਦੀ ਖੁਸ਼ਬੂ ਫੈਲ ਗਈ ਦੂਰ ਤੱਕ। ਕਿਸੇ ਦੇ ਘਰੇ ਖੁਸ਼ਬੂ ਹੋਵੇ ਨਾ, ਚੰਗੀ ਸੋਹਣੀ ਅਗਰਬੱਤੀ ਕਈ ਵਾਰ ਲਾਈ ਹੋਵੇ, ਸਾਰੇ ਇਲਾਕੇ 'ਚ ਪਤਾ ਲੱਗ ਜਾਂਦਾ ਕਿ ਇੱਥੇ ਅਗਰਬੱਤੀ ਲੱਗੀ। ਖੁਸ਼ਬੂ ਨੂੰ ਲੋਕ ਸੁਣ ਕੇ ਆਪੇ ਉੱਥੇ ਆ ਜਾਂਦੇ ਹੁੰਦੇ ਨੇ। ਇਹ ਆ ਗੁਰਮੁਖਾਂ ਦੀ ਖੁਸ਼ਬੂ ਹੁੰਦੀ ਹੈ, ਆਪੇ ਹੌਲੀ ਹੌਲੀ ਸਾਰੀ ਸੰਗਤ ਆ ਜਾਂਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ 1704 ਈਸਵੀ ਵਿੱਚ ਕਈ ਪਿੰਡਾਂ ਤੋਂ ਨਗਰਾਂ ਤੋਂ ਹੁੰਦੇ ਹੋਏ ਪਿੰਡ ਸਾਬੋ ਕੇ ਤਲਵੰਡੀ ਜ਼ਿਲ੍ਹਾ ਬਠਿੰਡਾ 'ਚ ਪਹੁੰਚ ਗਏ। ਜਦੋਂ ਇੱਥੇ ਗੁਰੂ ਸਾਹਿਬ ਨੇ ਥੋੜਾ ਸਮਾਂ ਆਰਾਮ ਕੀਤਾ, ਸੋ ਇਸ ਸਥਾਨ ਨੂੰ ਅੱਜ ਕੱਲ੍ਹ ਵੀ ਆਪਾਂ ਦਮਦਮਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ, ਸਾਬੋ ਕੇ ਤਲਵੰਡੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੀ ਦੇਰ ਤੋਂ ਬਾਅਦ ਇੱਥੇ ਕਮਰ ਕਸਾ ਖੋਲ੍ਹਿਆ ਤੇ ਦਮ ਲਿਆ, ਇਸ ਕਰਕੇ ਦਮਦਮਾ ਸਾਹਿਬ ਨਾਮ ਪਿਆ। ਇਸੇ ਲਈ ਦਮਦਮਾ ਸਾਹਿਬ ਪ੍ਰਸਿੱਧ ਹੋ ਗਿਆ ਨਾਮ। ਸੋ ਡੱਲੇ ਸਿੱਖਾਂ ਦਾ ਪ੍ਰੇਮ ਦੇਖ ਕੇ ਇੱਥੇ ਗੁਰੂ ਮਹਾਰਾਜ ਲਗਭਗ 9.5 ਮਹੀਨੇ ਰਹੇ। 9.5 ਮਹੀਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਪਾਠ ਲਿਖਵਾਉਣਾ, ਸ਼ਾਮ ਨੂੰ ਕਥਾ ਕਰਨੀ, 9 ਮਹੀਨੇ 9 ਦਿਨ 9 ਘੜੀਆਂ 9 ਪਲ ਇਹ ਸਮਾਂ ਲੱਗਿਆ ਸੀ।
ਆਪ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਵਿੱਚ ਪ੍ਰਵੀਨ ਹੋਣ ਦੀ ਸਿੱਖਿਆ ਦਿੱਤੀ ਤੇ ਗੁਰਮਤਿ ਪ੍ਰਚਾਰ ਲਈ ਤਿਆਰ ਕੀਤਾ। ਸਿੰਘ ਸਜਾਇਆ, ਅੰਮ੍ਰਿਤ ਛਕਾਇਆ। ਸਭ ਤੋਂ ਪਹਿਲਾਂ ਆਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਸੰਪੂਰਨ ਕਰਵਾਉਣ ਵੱਲ ਧਿਆਨ ਦਿੱਤਾ। ਸਾਰੀ ਵਿਉਂਤ ਬਣ ਗਈ ਤਾਂ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਆਗਿਆ ਦਿੱਤੀ ਕਿ ਭਾਈ ਦੀਪ ਸਿੰਘ ਨੂੰ ਸੱਦ ਲਓ। ਉਸ ਵੇਲੇ ਇੱਕ ਸੇਵਕ ਨੂੰ ਬੁਲਾ ਕੇ ਸਾਰੀ ਗੱਲ ਸਮਝਾ ਕੇ ਪਊ ਪਿੰਡ ਭੇਜਿਆ। ਸੋ ਉਹਨਾਂ ਨੂੰ ਆਖਿਆ ਗਿਆ ਕਿ ਉਹ ਭਾਈ ਦੀਪ ਸਿੰਘ ਨੂੰ ਨਾਲ ਲੈ ਕੇ ਹੀ ਆਉਣ। ਸੇਵਕ ਹੁਕਮ ਸੁਣਦਿਆਂ ਹੀ ਮਹਾਰਾਜ ਨੂੰ ਅਦਬ ਨਾਲ ਮੱਥਾ ਟੇਕ ਕੇ ਤੁਰ ਪਿਆ। ਮਾਲਵੇ ਦਾ ਇਲਾਕਾ ਲੰਘ ਕੇ ਪੈਂਡਾ ਕਰਦੇ ਹੋਏ ਸੇਵਕ ਮਾਝੇ ਵਿੱਚ ਆ ਪਹੁੰਚਿਆ। ਪਊ ਪਿੰਡ ਵਿੱਚ ਪਹੁੰਚ ਕੇ ਉਹ ਭਾਈ ਦੀਪ ਸਿੰਘ ਨੂੰ ਮਿਲਿਆ। ਭਾਈ ਦੀਪ ਸਿੰਘ ਨੂੰ ਜਦ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਸੱਦਿਆ, ਉਹ ਤਾਂ ਵੀ ਇੰਨਾ ਚਾਅ ਚੜ ਗਿਆ, ਖੁਸ਼ ਹੋ ਗਏ ਵੀ ਹੁਣੇ ਚੱਲ ਪਈ ਆਪ। ਮਹਾਰਾਜ ਸੱਚੇ ਪਾਤਸ਼ਾਹ ਸੇਵਕ ਨੂੰ ਇੱਕ ਦੋ ਦਿਨ ਫਿਰ ਆਪਣੇ ਕੋਲ ਠਹਿਰਾਇਆ ਵੀ ਥੱਕੇ ਆਏ ਹੋ, ਫਿਰ ਆਪਾਂ ਚੱਲਦੇ ਆਂ। ਬੜੇ ਪ੍ਰੇਮ ਨਾਲ ਸੇਵਾ ਕੀਤੀ, ਨਾਲੇ ਸੰਗਤਾਂ ਨੂੰ ਮਿਲਾਇਆ ਵੀ ਆਹ ਦੇਖੋ ਭਾਈ ਮਹਾਰਾਜ ਕੋਲੋਂ ਸਿੰਘ ਆਇਆ, ਇਹ ਮੈਨੂੰ ਲੈਣ ਲਈ ਆਇਆ। ਪਿੰਡ ਵਾਲੇ ਉਹਦੀ ਸੇਵਾ ਕਰਨ ਲੱਗ ਪਏ। ਦਸਵੇਂ ਪਾਤਸ਼ਾਹ ਕੋਲੋਂ ਸਿੰਘ ਆਇਆ ਹੈ। ਸਾਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਬਾਬਾ ਜੀ ਮੁੜ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਜਾ ਰਹੇ ਨੇ। ਬਾਬਾ ਜੀ ਦੀ ਸੰਗਤ ਕਰਨ ਵਾਲੇ ਪਿੰਡ ਵਿੱਚੋਂ ਹੋਰ ਇਧਰੋਂ ਇਲਾਕੇ ਤੋਂ ਇਕੱਠੇ ਹੋ ਕੇ ਆਦੇ ਸ਼ਰਧਾਲੂ ਬਣ ਗਏ। ਅੱਛਾ, ਮਹਾਰਾਜ ਕੋਲ ਜਾ ਰਹੇ ਹੋ ਤੁਸੀਂ? ਉਹਨਾਂ ਦੇ ਮਨ ਵਿੱਚ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੇ ਅੰਮ੍ਰਿਤ ਛਕਣ ਦੀ ਇੱਛਾ ਪੈਦਾ ਹੋ ਗਈ। ਉਹਨਾਂ ਵਿੱਚੋਂ ਕਈ ਬਾਬਾ ਦੀਪ ਸਿੰਘ ਦੇ ਨਾਲ ਗੁਰੂ ਦੇ ਦਰਸ਼ਨ ਲਈ ਤਿਆਰ ਹੋ ਗਏ। ਚਲੋ ਸਾਰਾ ਜਥਾ ਬਣਾ ਕੇ ਚੱਲਦੇ ਆ। ਫਿਰ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਤੁਰ ਪਏ। ਰਸਤੇ ਵਿੱਚ ਸ਼ਬਦ ਕੀਰਤਨ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਗਏ। ਰਸਤੇ ਵਿੱਚੋਂ ਵੀ ਕੋਈ ਸੰਗਤਾਂ ਨਾਲ ਲੈ ਕੇ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਜਾ ਕੇ ਹਾਜ਼ਰ ਹੋ ਗਏ। ਇੱਕ ਅੱਧਾ ਦਿਨ ਆਰਾਮ ਕੀਤਾ ਤਾਂ ਮਹਾਰਾਜ ਨੇ ਬਾਬਾ ਜੀ ਨੂੰ ਪਿਆਰ ਨਾਲ ਆਪਣੇ ਕੋਲ ਬਿਠਾਇਆ। ਆ ਜਾਓ ਭਾਈ ਦੀਪ ਸਿੰਘ, ਆ ਜਾਓ ਭਾਈ। ਫਿਰ ਭਾਈ ਮਨੀ ਸਿੰਘ ਨੂੰ ਬੁਲਾ ਲਿਆ ਤੇ ਕਿਹਾ, ਭਾਈ ਦੀਪ ਸਿੰਘ ਜੀ ਤੁਸੀਂ ਭਾਈ ਮਨੀ ਸਿੰਘ ਨਾਲ ਮਿਲ ਕੇ ਗੁਰਬਾਣੀ ਦੇ ਸਰੂਪ ਤਿਆਰ ਕਰਨੇ ਨੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਹੀਰਮਲ ਕੋਲ ਵੀ ਸਿੰਘ ਭੇਜੇ, ਪਰ ਉਹਨੇ ਸਰੂਪ ਦੇਣ ਤੋਂ ਨਾ ਕਰ ਦਿੱਤੀ। ਫਿਰ ਉਹਨਾਂ ਨੇ ਜਦੋਂ ਆ ਕੇ ਕਿਹਾ, ਉਹ ਕਹਿੰਦੇ ਜੇ ਗੁਰੂ ਆਪਣੇ ਆਪ ਨੂੰ ਕਹਾਉਂਦੇ ਨੇ ਅੰਤਰਜਾਮਤਾ ਨਾਲ ਆਪੇ ਹੀ ਲਿਖ ਲੈਣ। ਮਹਾਰਾਜ ਕਹਿੰਦੇ ਠੀਕ ਹੈ ਬਈ। ਸਰੂਪ ਇੱਕ ਭਾਈ ਦੀ ਡੋਲੀ ਵੀ ਉਸ ਵਕਤ ਸੀ। ਮਹਾਰਾਜ ਨੇ ਕਿਹਾ ਹੁਣ ਸਿੱਖਾਂ ਦੇ ਮਨ 'ਚ ਕਿਤੇ ਸ਼ੰਕਾ ਹੀ ਨਾ ਹੋ ਜੇ ਵੀ ਹੁਣ ਸਾਰਾ ਸਰੂਪ ਅੰਤਰਜਾਮਤਾ ਨਾਲ ਹੀ ਲਿਖਾਇਆ। ਜਿੰਨੇ ਵੀ ਹੁਣ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਸਰੂਪਾਂ ਦੇ ਅਗਲੇ ਪਾਸੇ ਦੇਖੋ ਲਿਖਿਆ ਬੀੜ ਦਮਦਮੀ। ਇਹ ਦਮਦਮੀ ਬੀੜ ਹੈ। ਦਮਦਮਾ ਸਾਹਿਬ ਤੋਂ ਰਚੀ ਦਮਦਮੀ ਬੀੜ, ਦਮਦਮੀ ਟਕਸਾਲ। ਇਹ ਕਈ ਕਹਿੰਦੇ ਦਮਦਮੀ ਟਕਸਾਲ ਹੋਈ ਨਹੀਂ, ਇਹ ਸਾਖੀਆਂ ਨਹੀਂ ਹੋਈਆਂ। ਸੋ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ, ਏਡਾ ਵੱਡਾ ਇਤਿਹਾਸ ਹੈ, ਇੰਨਾ ਸਭ ਕੁਝ ਹੋ ਗਿਆ, ਸਾਰਾ ਕੁਝ 84 'ਚ ਦੇਖਿਆ, ਹਾਲੇ ਕਹਿੰਦੇ ਹੋਈ ਨਹੀਂ ਟਕਸਾਲ। ਠੀਕ ਹੈ, ਹੌਲੀ ਹੌਲੀ ਤੁਸੀਂ ਇਹੀ ਕਹੋਗੇ ਵੀ ਸਾਡਾ ਤਾਂ ਕੋਈ ਪਿਓ ਹੀ ਨਹੀਂ ਹੈਗਾ ਬਾਬਾ, ਨਾ ਬਾਬਾ ਦੀਪ ਸਿੰਘ ਹੋਇਆ, ਨਾ ਦਸਵੇਂ ਪਾਤਸ਼ਾਹ ਹੋਇਆ। ਖਬਰੇ ਤੁਸੀਂ ਕੀ ਮਿੱਥ ਕੇ ਬੈਠੇ ਹੋ ਸਾਰੇ ਜਾਣੇ। ਚਲੋ ਰਹੋ ਵਿਚਾਰ, ਤੁਹਾਡੀਆਂ ਗੱਲਾਂ ਤਾਂ ਅਸੀਂ ਮਨਾਉਂਦੇ ਹੀ ਨਹੀਂ, ਵੀ ਬੁਰਾ ਵੀ ਮਨਾਉਂਦੇ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਕਰਾਂਗੇ, ਅਸੀਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਕੇ ਅਰਦਾਸ ਕਰਾਂਗੇ ਤੇ ਬਾਬਾ ਜੀ ਜੇ ਦਮਦਮੀ ਟਕਸਾਲ ਹੈ ਨਾ, ਤੁਸੀਂ ਉਹਦੇ ਮੁਖੀ ਹੋ। ਤਾਂ ਇਹ ਜਿਹੜੇ ਬੰਦੇ ਕਹਿੰਦੇ ਨਾ ਟਕਸਾਲ ਹੋਈ ਹੀ ਨਹੀਂ, ਤਾਂ ਬਾਬਾ ਜੀ ਤੁਸੀਂ ਫਿਰ ਹੁਣ ਉਹਨਾਂ ਨੂੰ ਮਾੜਾ ਜਿਹਾ ਸਮਝਾ ਦਿਓ ਤਰੀਕੇ ਨਾਲ। ਅਸੀਂ ਤਾਂ ਨਹੀਂ ਹੁਣ ਕੁਝ ਕਹਿ ਦਿਓ ਉਹਨਾਂ ਨੂੰ। ਇਸ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਇਹ ਹੁਕਮ ਹੋਇਆ। ਭਾਈ ਦੀਪ ਸਿੰਘ ਨੇ ਹੁਕਮ ਸੁਣਦੇ ਸਿਰ ਝੁਕਾਇਆ। ਇਹ 1705 ਈਸਵੀ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਤੰਬੂ ਲਗਵਾਇਆ ਜਿਸ ਵਿੱਚ ਆਪ ਬਿਰਾਜਮਾਨ ਹੋ ਗਏ। ਭਾਈ ਮਨੀ ਸਿੰਘ ਨੂੰ ਕੋਲ ਬਿਠਾ ਕੇ ਬਾਣੀ ਲਿਖਵਾਉਣ ਲੱਗੇ। ਬਾਬਾ ਦੀਪ ਸਿੰਘ ਦੀ ਡਿਊਟੀ ਸੀ ਸਾਰੀ ਲਿਖਣ ਸਮੱਗਰੀ ਤੁਸੀਂ ਤਿਆਰ ਕਰਨੀ ਹੈ ਤੇ ਹੋਰ ਹਰ ਪ੍ਰਕਾਰ ਦੀ ਸਹਾਇਤਾ ਨਾਲ ਕਰਨੀ। ਇੱਥੇ ਸਵੇਰ ਤੇ ਸ਼ਾਮ ਦੋਨੋਂ ਵੇਲੇ ਦੀਵਾਨ ਸਜਦੇ। ਸਵੇਰੇ ਮਹਾਰਾਜ ਬਾਣੀ ਲਿਖਵਾਉਂਦੇ, ਸ਼ਾਮ ਨੂੰ ਕਥਾ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ, ਕਥਾ ਕੀਰਤਨ ਹੁੰਦਾ। ਮਹਾਰਾਜ ਜੀ ਸਿੱਖਾਂ ਨੂੰ ਰਹਿਤ ਵਿੱਚ ਪੱਕਿਆਂ ਰਹਿਣ ਲਈ ਪ੍ਰੇਰਦੇ। ਉਹ ਸੰਗਤਾਂ ਨੂੰ ਹਰ ਵੇਲੇ ਤਿਆਰ ਬਰ ਤਿਆਰ ਰਹਿਣ ਦਾ ਹੁਕਮ ਕਰਦੇ। ਮਹਾਰਾਜ ਜੀ ਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਦੇ ਸਾਡੇ ਸਿੱਖਾਂ ਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ।
ਸਵੇਰ ਦੇ ਦੀਵਾਨ ਉਪਰੰਤ ਮਹਾਰਾਜ ਸਾਰਾ ਦਿਨ ਸਰੂਪ ਦੀ ਤਿਆਰੀ ਦੇ ਕੰਮ ਵਿੱਚ ਰਹਿੰਦੇ। ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਇਸ ਪਵਿੱਤਰ ਕਾਰਜ ਵਿੱਚ ਉਹਨਾਂ ਦੀ ਨਾਲ ਸੇਵਾ ਕਰਦੇ। ਲਗਭਗ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿੱਚ ਸਰੂਪ ਤਿਆਰ ਹੋਇਆ। ਸ਼ਾਮ ਨੂੰ ਕਥਾ ਹੁੰਦੀ ਰਹਿੰਦੀ। ਸੋ ਸ੍ਰੀ ਦਮਦਮਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ ਸੀ। ਇਸ ਲਈ ਇਹ ਸਰੂਪ ਦਾ ਨਾਮ ਹੀ ਦਮਦਮਾ ਸਾਹਿਬ ਵਾਲਾ ਬੀੜ ਲਿਖਿਆ ਹੁੰਦਾ। ਦਮਦਮਾ ਬੀੜ ਦਮਦਮੀ ਇਹ ਨਾਲ ਪ੍ਰਸਿੱਧ ਹੈ। 3 ਸਾਲ ਦਮਦਮਾ ਸਾਹਿਬ ਦੇ ਵਿੱਚ ਸੇਵਾ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਹੋਣ ਉਪਰੰਤ ਥੋੜੇ ਸਮੇਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਠਹਿਰੇ। ਫਿਰ ਆਪ ਨੇ ਦੱਖਣ ਦੀ ਤਿਆਰੀ ਕੀਤੀ। ਬਾਬਾ ਦੀਪ ਸਿੰਘ ਦੀ ਨਿਸ਼ਕਾਮ ਸੇਵਾ ਤੇ ਕਾਬਲੀਅਤ ਦੇਖ ਕੇ ਮਹਾਰਾਜ ਖੁਸ਼ ਹੋ ਗਏ। ਇਸ ਲਈ ਮਹਾਰਾਜ ਨੇ ਇਸ ਸਥਾਨ ਦੀ ਸੇਵਾ ਸੰਭਾਲ ਦਾ ਕੰਮ ਜਿਹੜਾ ਬਾਬਾ ਜੀ ਦੇ ਸਪੁਰਦ ਕਰ ਦਿੱਤਾ। ਮਹਾਰਾਜ ਨੇ ਆਗਿਆ ਕੀਤੀ, ਭਾਈ ਦੀਪ ਸਿੰਘ ਭਾਈ ਤੁਸੀਂ ਇੱਥੇ ਰਹਿ ਕੇ ਗੁਰਮਤਿ ਦਾ ਪ੍ਰਚਾਰ ਕਰੋ, ਇਸ ਸਥਾਨ ਦੀ ਉਸਾਰੀ ਕਰਵਾਓ, ਭਾਈ ਗੁਰਬਾਣੀ ਲਿਖੋ ਤੇ ਲਿਖਵਾਓ, ਸਿੱਖਾਂ ਨੂੰ ਗੁਰਮੁਖੀ ਪੜ੍ਹਾਓ ਅਤੇ ਪਾਠ ਦਾ ਅਭਿਆਸ ਕਰਾਓ। ਭਾਈ ਦੀਪ ਸਿੰਘ ਨੇ ਗੁਰੂ ਮਹਾਰਾਜ ਦੇ ਹੁਕਮ ਅੱਗੇ ਸਿਰ ਝੁਕਾਇਆ। ਇਹ ਬਾਬਾ ਦੀਪ ਸਿੰਘ ਦੀ ਡਿਊਟੀ ਲੱਗੀ। ਭਾਈ ਮਨੀ ਸਿੰਘ ਸਾਹਿਬ ਦੀ ਸੇਵਾ ਲੱਗੀ। ਮਾਤਾ ਸਾਹਿਬ ਕੌਰ ਦੇ ਜੀਵਨ ਚ ਆਪਾਂ ਸੁਣਿਆ ਕਿ ਮਾਤਾ ਸੁੰਦਰ ਕੌਰ ਹੋਣਾ ਨੇ ਵੀ 40 ਸਾਲ 10ਵੇਂ ਪਾਤਸ਼ਾਹ ਬਾਅਦ ਸੇਵਾ ਕੀਤੀ ਹੈ। ਭਾਈ ਮਨੀ ਸਿੰਘ ਦੀ ਸੇਵਾ ਹਰਿਮੰਦਰ ਸਾਹਿਬ ਲਾਈ ਮਾਤਾ ਸਾਹਿਬ ਕੌਰ ਜੀ ਹੋਣਾ ਨੇ, ਮਾਤਾਵਾਂ ਨੇ ਮਿਲ ਕੇ। ਇਸ ਕਰਕੇ ਉਹ ਗੱਲਾਂ ਨੂੰ ਭੁਲਾਉਣਾ ਨਹੀਂ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋਈ ਸੰਗਤ ਨੂੰ ਨਾਲ ਲੈ ਕੇ ਦੱਖਣ ਵੱਲ ਤੁਰਨ ਲੱਗੇ। ਬਾਬਾ ਜੀ ਬਰਾਗ ਚ ਆ ਗਏ। ਉਹਨਾਂ ਦੀਆਂ ਅੱਖਾਂ ਚ ਅੱਥਰੂ ਆ ਗਏ। ਮਹਾਰਾਜ ਢਾਰਸ ਦਿੱਤੀ, ਗਲ ਨਾਲ ਲਾਇਆ ਤੇ ਚੜ੍ਹਦੀ ਕਲਾ ਚ ਰਹਿਣ ਦਾ ਹੁਕਮ ਦਿੱਤਾ। ਉੱਥੋਂ ਇਸ ਪ੍ਰਕਾਰ ਕਿਉਂ ਬਾਬਾ ਦੀਪ ਸਿੰਘ ਜੀ ਗੁਰੂ ਮਹਾਰਾਜ ਦੇ ਨਾਲ ਲਗਭਗ 10 ਮਹੀਨੇ ਰਹੇ। ਮਹਾਰਾਜ ਜਾਣ ਤੋਂ ਮਗਰੋਂ ਬਾਬਾ ਜੀ ਨੇ ਬਾਬਾ ਦੀਪ ਸਿੰਘ 2 ਸਾਲ ਤੋਂ ਵੱਧ ਉੱਥੇ ਰਹੇ। ਇਸ ਤਰ੍ਹਾਂ ਉਹਨਾਂ ਨੇ ਲਗਭਗ 3 ਸਾਲ ਦਮਦਮਾ ਸਾਹਿਬ, ਪਹਿਲੇ 9 ਮਹੀਨੇ 9.5 ਮਹੀਨੇ ਉਹ ਹੋ ਗਏ, ਬਾਕੀ 2 ਸਾਲ ਤੋਂ ਉੱਤੇ ਸਮਾਂ ਕੁੱਲ 3 ਸਾਲ ਦਮਦਮਾ ਸਾਹਿਬ ਦੀ ਸੇਵਾ ਕੀਤੀ। ਬਾਬਾ ਜੀ ਦਾ ਬੁਰਜ ਵੀ ਉੱਥੇ, ਘੜਾ ਵੀ ਪਿਆ ਜਿੱਥੇ ਜਲ ਛਕਦੇ, ਸਾਰੀਆਂ ਨਿਸ਼ਾਨੀਆਂ ਵੀ ਨੇ। ਇਸ ਕਰਕੇ ਆਮ ਸੰਗਤਾਂ ਨੂੰ ਭਰਮ ਭੁਲੇਖਿਆਂ 'ਚ ਨਹੀਂ ਪੈਣਾ ਚਾਹੀਦਾ। ਜਿਹੜੇ ਲੋਕ ਗੁੰਮਰਾਹ ਹੋ ਜਾਂਦੇ ਨੇ, ਉਹ ਗਲਤ ਪ੍ਰਚਾਰ ਕਰਦੇ ਨੇ, ਉਹਨਾਂ ਵੱਲ ਧਿਆਨ ਹੀ ਨਾ ਦਿਓ, ਸੁਣੋ ਹੀ ਨਾ ਉਹਨਾਂ ਨੂੰ। ਭਾਈ ਦੀਪ ਸਿੰਘ ਗੁਰੂ ਮਹਾਰਾਜ ਦੀ ਆਗਿਆ ਅਨੁਸਾਰ ਦਮਦਮਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਸੇਵਾ ਕਰਨ ਲੱਗ ਪਏ। ਆਪ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਜਾਣਾ ਬਾਬਾ ਜੀ ਨੇ। ਬਾਬਾ ਜੀ ਦੀ ਮੌਜ ਸੀ। 11 ਤੋਂ 1 ਵਜੇ ਤੱਕ ਹੀ ਲਗਭਗ ਆਰਾਮ ਕਰਦੇ ਸੀ ਬਾਬਾ ਜੀ। ਫਿਰ ਉੱਠ ਕੇ ਭਜਨ ਹੁੰਦਾ, ਇਸ਼ਨਾਨ ਪਾਣੀ ਤੋਂ ਬਾਅਦ ਬਾਣੀ ਦੇ ਪਾਠ ਦਾ ਕੀਰਤਨ ਹੁੰਦਾ। ਫਿਰ ਬਾਬਾ ਜੀ ਕਥਾ ਕਰਦੇ ਹੁੰਦੇ ਸੀ। ਇੱਥੋਂ ਫਿਰ ਕਥਾ ਸ਼ੁਰੂ ਹੋਈ। 10ਵੇਂ ਪਾਤਸ਼ਾਹ ਨੇ ਕਿਹਾ ਸੀ, ਆ ਜਿਹੜੀ ਹੁਣ ਕਥਾ ਤੁਹਾਨੂੰ ਸੁਣਾਈ ਹੈ, ਇਹ ਹੁਣ ਕਥਾ ਤੁਸੀਂ ਕਰਨੀ ਹੈ ਤੇ ਅੱਗੇ ਗੁਰਸਿੱਖਾਂ ਨੂੰ ਸੁਣਾਉਣੀ ਹੈ। ਇੱਥੇ ਸੰਥਿਆ ਇਹ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਅੱਜ ਤੋਂ ਥਾਪ ਦਿੱਤੀ। ਸਾਡੇ ਸਿੱਖਾਂ ਨੂੰ ਹੁਣ ਕਾਸ਼ੀ ਜਾਣ ਦੀ ਲੋੜ ਨਹੀਂ। ਉਹ ਜਿਹੜੀਆਂ ਕਲਮਾਂ ਸੀ, ਸ਼ਾਹੀ ਸੀ, ਦਵਾਤਾਂ ਸੀ, ਉਹ ਜਿੱਥੇ ਸਰੋਵਰ ਲਿਖਣ ਸਾਰ ਹੈ ਉਹਦੇ ਵਿੱਚ ਸੁੱਟ ਦਿੱਤੀਆਂ। ਬਚਨ ਕੀਤਾ, ਜਿਹੜਾ ਸਿੱਖ ਇਸ਼ਨਾਨ ਕਰਕੇ ਇੱਥੇ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਾਹਮਣੇ ਊੜਾ ਐੜਾ ਈੜੀ ਸੱਸਾ ਹਾ ਸਾਰੀ ਮੁਹਾਰਨੀ ਲਿਖ ਦੇਵੇਗਾ, ਉਹ ਬੈਲ ਬੁੱਧੀ ਵਾਲਾ ਵੀ ਪੰਡਾ ਬੁੱਧੀ ਬਣ ਜਾਵੇਗਾ। ਕਈ ਕਹਿੰਦੇ ਨੇ ਅਸੀਂ ਜਾਂਦੇ ਹਾਂ, ਆਹ ਮਰਿਆਦਾ ਰੱਖਿਆ ਕਰੋ, ਪਹਿਲਾਂ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ ਕੇਸੀ, ਫਿਰ ਊੜਾ ਐੜਾ ਲਿਖਣਾ ਹੈ, ਪਹਿਲਾਂ ਦੇਗ ਵੀ ਕਰਾਓ, ਅਰਦਾਸ ਵੀ ਕਰੋ। ਮਹਾਰਾਜ 10ਵੇਂ ਪਾਤਸ਼ਾਹ ਜੀ ਆਪ ਨੇ ਬਚਨਾਂ ਅਨੁਸਾਰ ਅਰਦਾਸ ਇੱਥੇ ਊੜਾ ਐੜਾ ਲਿਖਣ ਲੱਗਿਆ ਜੀ। ਬੈਲ ਬੁੱਧੀ ਹੈ ਮਹਾਰਾਜ, ਅਸੀਂ ਕਿਰਪਾ ਕਰੋ ਸਾਨੂੰ ਸਮਰਥ ਬਖਸ਼ੋ, ਸਾਨੂੰ ਬੁੱਧੀ ਬਖਸ਼ੋ। ਉਹ ਦਿਨ ਵਿੱਚ ਪਿੰਡ ਦੇ ਬੱਚਿਆਂ ਨੂੰ ਬਾਬਾ ਜੀ ਪੜ੍ਹਾਉਂਦੇ ਰਹੇ। ਇਲਾਕੇ ਵਿੱਚੋਂ ਬਹੁਤ ਸਾਰਿਆਂ ਲੋਕਾਂ ਨੇ ਬਾਬਾ ਜੀ ਕੋਲ ਆਪਣੇ ਬੱਚੇ ਛੱਡਣੇ। ਉਦੋਂ ਇਹ ਡਿਗਰੀਆਂ ਤਾਂ ਤੁਹਾਡੇ ਵਾਲੀਆਂ ਹੁੰਦੀਆਂ ਹੀ ਨਹੀਂ ਸੀਗੀਆਂ। ਉਦੋਂ ਤਾਂ ਪਿੰਡਾਂ ਵਿੱਚ ਇਹੀ ਹੁੰਦਾ ਸੀ, ਸਾਡਾ ਬੱਚਾ ਸਿੱਖ ਬਣ ਜੇ, ਸਿੰਘ ਸਾਜੇ, ਸੰਥਿਆ ਕਰੇ। ਬਾਬਾ ਜੀ ਨੇ ਬੜੇ ਪਾਠੀ ਤਿਆਰ ਕੀਤੇ, ਬਹੁਤ ਕਥਾ ਸਿਖਾਈ, ਬੜੀ ਬਾਣੀ ਲਿਖਣ ਲਾਏ, ਸਾਰੇ ਸ਼ੁੱਧ ਸੰਥਿਆ ਕਰਾਉਣੀ। ਕਈ ਵੱਡੀ ਉਮਰ ਦੇ ਸ਼ਰਧਾਲੂ ਵੀ ਗੁਰਬਾਣੀ ਪੜ੍ਹਨ ਲਈ ਬਾਬਾ ਜੀ ਕੋਲ ਆ ਜਾਂਦੇ। ਹੌਲੀ ਹੌਲੀ ਸਹਿਜੇ ਇਲਾਕੇ ਵਿੱਚ ਆਪ ਦੀ ਧੁੰਮ ਪੈ ਗਈ। ਕਈ ਵਾਰ ਦੂਰੋਂ ਨੇੜਿਓਂ ਬਹੁਤ ਗਿਣਤੀ ਸੰਗਤ ਆ ਜਾਂਦੀ, ਕਿਉਂਕਿ ਸਥਾਨ ਸੀ ਮਹਾਰਾਜ ਦਾ। ਦਿਨ ਤਿਉਹਾਰਾਂ ਤੇ ਇਹਨਾਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਜਾਂਦੀ। ਬਾਬਾ ਦੀਪ ਸਿੰਘ ਦੀ
ਗੁਰਬਾਣੀ ਦੀ ਵਿਆਖਿਆ ਸੁਣ ਕੇ ਲੋਕ ਜਿਹੜੇ ਸੀ ਉਹ ਪ੍ਰਭਾਵਿਤ ਹੁੰਦੇ। ਕਿਉਂ? ਇਹ ਗੁਰਬਾਣੀ ਦੀ ਵਿਆਖਿਆ ਕਲਗੀਧਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ ਟਕਸਾਲ ਤੋਂ। ਟਕਸਾਲ ਤੋਂ ਬਾਅਦ ਜਿਹੜੇ ਕਥਾ ਕਰਦੇ ਨੇ ਇਹਨਾਂ ਨੇ ਕਥਾ 'ਚ ਰਸ ਨਹੀਂ ਪੈਂਦਾ। ਕਿਉਂ? ਇਹ ਸਮਝਦੇ ਖਾਨੀ ਅਸੀਂ ਸਾਡੀ ਕਥਾ 'ਚ ਰਸ ਨਹੀਂ ਪੈਂਦਾ ਹੁੰਦਾ। ਇਹ ਤਾਂ ਜਿਹੜਾ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ, ਕਲਗੀਧਰ ਮਹਾਰਾਜ ਦੀ ਕਿਰਪਾ ਹੁੰਦੀ ਆ, ਮਹਾਰਾਜ ਆਪ ਹੀ ਕਿਰਪਾ ਕਰਦੇ ਨੇ। ਇਹ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਬਖਸ਼ਿਸ਼ ਕਰਕੇ ਆਪ ਸਾਰਾ ਕੁਝ ਕਰਵਾਉਂਦੇ ਨੇ। ਦੁਪਹਿਰ ਤੇ ਸ਼ਾਮੀ ਮਹਾਰਾਜ ਦਾ ਲੰਗਰ ਵਰਤਦਾ। ਬਾਬਾ ਜੀ ਆਏ ਗਏ ਦੀ ਬਹੁਤ ਸੇਵਾ ਕਰਦੇ, ਲੋੜਵੰਦਾਂ ਨੂੰ ਪ੍ਰਸ਼ਾਦ ਛਕਾਉਂਦੇ, ਹੋਰਾਂ ਨੂੰ ਪ੍ਰਸ਼ਾਦ ਛਕਾ ਕੇ ਫਿਰ ਪਿੱਛੋਂ ਬਚਿਆ ਆਪ ਸਿਕੰਦਾ ਦੀ ਮਰਿਆਦਾ ਵੀ ਕਰਦੇ। ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਗੁਰ ਇਤਿਹਾਸ ਸੁਣਾਉਂਦੇ, ਫਿਰ ਸੋਦਰ ਰਹਿ ਰਾਤ ਦਾ ਪਾਠ ਹੁੰਦਾ। ਰਾਤ ਨੂੰ ਢਾਡੀ ਵਾਰਾਂ ਵੀ ਹੁੰਦੀਆਂ ਸੀ। ਇਉਂ ਸੰਗਤਾਂ ਵਿੱਚ ਵੀਰ ਰਸ ਤੇ ਉਤਸ਼ਾਹ ਵੀ ਭਰਿਆ ਜਾਂਦਾ। ਜਦੋਂ ਥੋੜਾ ਸਮਾਂ ਮਿਲਦਾ ਤਾਂ ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਸ਼ਬਦ ਲਿਖ ਕੇ